ਆਪਾਂ ਭਗਤਾਂ ਦੇ ਭਗਤ ਦਾ ਦਰਜਾ ਹੀ ਸਭ ਤੋਂ ਉੱਪਰ, ਇਸ ਤੋਂ ਉੱਪਰ ਹੋਰ ਆਪਾਂ ਨੂੰ ਕੀ ਚਾਹੀਦਾ। और ਆਪਾਂ ਸਾਰੇ ਭਗਤ ਸੋਚਦੇ ਹਾਂ ਔਰ ਜਦ ਇਹ ਲਿਖਤ ਪੜ੍ਹਦੇ ਆ ਉਹਦੇ ਵਿੱਚ ਸਾਫ਼ ਤੇ ਸਪਸ਼ਟ ਆ ਕਿ ਜਿਸ ਨੇ ਪੂਰਨ ਦੀ ਪੂਰਨ ਬਣਾਈ ਬੰਤ, ਜਿਸ ਨੇ ਕਣਕਪੁਰੀ ਦੇ ਵਿੱਚ ਖੇਲ ਖੇਲਿਆ। ਫਿਰ ਅੱਗੇ ਮਹਾਰਾਜ ਪੂਰਨ ਸਿੰਘ ਦੀ ਬੰਤ ਬਣਾਉਣ ਵਾਲਾ, ਕਣਕਪੁਰੀ ਦੇ ਵਿੱਚ ਆਪਣੀ ਬੰਤ ਬਣਾਉਣ ਵਾਲਾ, ਨਿਰਾਕਾਰ ਸਕਾਰ ਹੋਣ ਵਾਲਾ, ਆਪਣਾ ਆਪ ਦੇਹ ਨੂੰ ਘੜਨ ਵਾਲਾ, ਆਪੇ ਆਪ ਭੰਨਣ ਵਾਲਾ। ਫਿਰ ਮਹਾਰਾਜ ਪੂਰਨ ਸਿੰਘ ਜੀ ਦੇ ਸੰਭਲ ਗ੍ਰਹਿ ਨੂੰ ਬਣਾਉਣ ਵਾਲਾ, ਘੜਨ ਵਾਲਾ, ਭੰਨਣ ਵਾਲਾ, ਮਹਾਰਾਜ ਪੂਰਨ ਸਿੰਘ ਦੇ ਵਿੱਚ ਖੇਲ ਕਰਨ ਵਾਲਾ ਇੱਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੀ। ਇਹ ਸਾਰਾ ਗ੍ਰੰਥਾਂ ਦਾ ਵਰਣਨ ਹੈ। ਮੈਂ ਇੱਕ ਲਾਈਨ ਪੜ੍ਹ ਦੇਣਾ। ਆਪਣੀ ਕਾਇਆ ਦਿੱਤੀ ਤਜ ਸਿੰਘ ਪੂਰਨ ਵਿੱਚ ਵੜਿਆ, ਭੱਜ ਗੁਰਮੁਖਾਂ ਦੇ ਪੜਦੇ ਰਿਹਾ ਕੱਜ। ਆਪਣੀ ਕਾਇਆ ਤਜ ਕੇ ਸਿੰਘ ਪੂਰਨ, ਮਹਾਰਾਜ ਪੂਰਨ ਸਿੰਘ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਕਹਿੰਦੇ ਮੈਂ ਆਪਣੀ ਕਾਇਆ ਤਜ ਦਿੱਤੀ 52 ਸਾਲ ਕਣਕਪੁਰੀ ਦੇ ਉੱਪਰ ਰਹਿ ਕੇ, ਔਰ ਆਪਣੀ ਕਾਇਆ ਦਿੱਤੀ ਤਜ ਸਿੰਘ ਪੂਰਨ ਵਿੱਚ ਵੜਿਆ, ਭੱਜ ਗੁਰਮੁਖਾਂ ਦੇ ਪੜਦੇ ਰਿਹਾ ਕੱਜ। ਲਫ਼ਜ਼ ਬੰਦ ਕਰਕੇ 32.5 ਸਾਲ ਅਲੱਗ ਖੇਲ ਖੇਲਣ ਵਾਲਾ ਇੱਕ ਆ, ਜਿਸ ਦੀ ਮਹਾਰਾਜ ਪੂਰਨ ਸਿੰਘ ਨੇ ਪੁਰਾਤਨ ਜਦ ਲੇਖ ਆਪਾਂ ਪੜ੍ਹਦੇ ਆ ਤੇ ਮਹਾਰਾਜ ਪੂਰਨ ਸਿੰਘ ਦਾ ਸਹਿਜ ਗੁਰੂ ਗੋਬਿੰਦ ਪਾਤਸ਼ਾਹ ਜੀ ਦਾ ਲੇਖ ਆ। ਗੋਬਿੰਦ ਨਿਰਗੁਣ ਵੀ ਆ ਸ਼ਬਦ ਤੇ ਗੋਬਿੰਦ ਸਰਗੁਣ ਵੀ ਆ। ਗੋਬਿੰਦ ਨੇ 994 ਜੋਗ ਚੌਕੜੀ ਤੱਕ ਪਿੱਛੇ ਗੋਬਿੰਦ ਸ਼ਬਦ ਨੇ ਹੀ ਨਿਰਗੁਣ ਸਰਗੁਣ ਜਾਮਾ ਪਹਿਨਿਆ ਤੇ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਸੱਚਖੰਡ ਦੇ ਵਿੱਚੋਂ ਸੰਦੇਸ਼ ਮਾਤ ਲੋਕ ਦੇ ਪਰ ਆ ਕੇ ਦਿੱਤਾ ਹੈ ਕਿ ਉਹ ਇੱਕ ਪਰਮਾਤਮਾ ਸਭ ਦਾ ਮਾਲਕ ਵਾਹਿਦ ਜਿਹਨੂੰ ਖੁਦਾ ਅੱਲਾਹ ਵਾਹਿਗੁਰੂ ਗੌਡ। ਆਪਾਂ ਕਹਿੰਦੇ ਕਿ ਇੱਕ ਕਰਤਾਰ ਆ, ਕਰਤਾਰ ਆ, ਕਰਤਾ ਜਿਹੜਾ ਕਰਨ ਦਾ ਮਾਲਕ ਆ, ਉਹ ਸੱਚਖੰਡ ਦੇ ਵਿੱਚ ਆ ਤੇ ਮੈਂ ਇਹਦਾ ਦੂਤ ਬਣ ਕੇ ਸੁੱਤ ਬਣ ਕੇ ਸ਼ਬਦ ਸੰਦੇਸ਼ ਦੇ ਰਿਹਾ ਕਿ ਇੱਕ ਮਾਲਕ ਦੀ ਓਟ ਰੱਖ ਲੈ। 994 ਜੋਗ ਚੌਕੜੀ ਤੱਕ ਗੋਬਿੰਦ ਸ਼ਬਦ ਨੇ ਨਿਰਗੁਣ ਸਰਗੁਣ ਜਾਮਾ ਪਹਿਨਿਆ। ਸ਼ਬਦ ਨਿਰਗੁਣ ਦੀਆਂ, ਸ਼ਬਦ ਸਰਗੁਣ ਦੀਆਂ, ਸ਼ਬਦ ਨਿਰਾਕਾਰ ਵੀ ਆ, ਸ਼ਬਦ ਸਕਾਰ ਵੀ ਆ। ਔਰ ਮਹਾਰਾਜ ਪੂਰਨ ਸਿੰਘ ਦੇ ਪੁਰਾਤਨ ਲੇਖ ਕਰਕੇ ਮਾਸ਼ੂ ਵਾਲੇ ਦਾ ਰਵਾਲ ਸਾਹਿਬ ਦਾ ਲੇਖ ਕਿ ਜੇ ਮੈਂ ਆਉਣਾ ਆ ਤੇ ਤੈਨੂੰ ਪਿਤਾ ਪੁਰਖ ਅਕਾਲ ਨਾਲ ਲੈ ਕੇ ਆਉਣਾ। ਇਹ ਦੁਨੀਆ ਨੇ ਮੈਂ ਤੇਰਾ ਹੁਕਮ ਸੰਦੇਸ਼ਾ ਦਿੱਤਾ, ਦੁਨੀਆ ਨੇ ਮੇਰੇ ਬੱਚੇ ਸ਼ਹੀਦ ਕਰ ਦਿੱਤੇ। ਇਹ ਕਹਿਣੇ ਦੇ ਵਿੱਚ ਨਹੀਂ ਕਿ ਮੇਰੇ ਤੋਂ ਸਿੱਧਰੀ ਨਹੀਂ। ਔਰ ਹੁਣ ਸ਼ਬਦ ਗੁਰੂ ਹੋਣਾ ਪਊ, ਸ਼ਬਦ ਰੂਪ ਹੋਣਾ ਪਊ। ਸੰਭਲ ਨਗਰੀ ਦੇ ਵਿੱਚ ਡੇਰਾ ਲਾਉਣਾ ਤਾਲਪੁਰ ਨੇ ਕਿਹਾ ਤੇਰੀ ਨਗਰੀ ਸੰਭਲ ਬਣਾਉਂਗਾ। ਫਿਰ ਮੈਂ ਉਸ ਸੰਭਲ ਨਗਰੀ ਨੂੰ ਆਪਣਾ ਘਰ ਬਣਾ ਕੇ ਤੇਰੇ ਗ੍ਰਹਿ ਦੇ ਵਿੱਚ ਆ ਕੇ ਖੇਲ ਖੇਲੂੰਗਾ। ਤੇਰਾ ਵੀ ਲੈਣਾ ਦੇਣਾ ਦੇਊਂਗਾ ਔਰ ਸਾਰੀ ਸੰਗਤ ਦਾ ਲੈਣਾ ਦੇਣਾ ਦੇਊਂਗਾ। ਅਕਾਲ ਪੁਰਖ ਨੂੰ ਨਾਲ ਲੈ ਕੇ ਆਏ ਮਹਾਰਾਜ ਪੂਰਨ ਸਿੰਘ ਜੀ। ਪਿਤਾ ਤੇ ਪੁੱਤ ਦੀ ਇਕੱਠੀ ਬੰਤ ਬਣੀਆਂ। ਇਸ ਚੀਜ਼ ਦੇ ਵਿੱਚ ਕੋਈ ਦੋ ਰਹਿ ਨਹੀਂ। ਗ੍ਰੰਥ ਦਾ ਵੇਰਵਾ, ਅਗਰ ਬਾਣੀ ਦਾ ਵੇਰਵਾ ਕਿਸੇ ਸਿੱਖ ਨੇ ਗ੍ਰੰਥ ਤੋਂ ਲੈਣਾ ਹੋਵੇ ਜੋ ਇੱਥੇ ਬੋਲਿਆ ਜਾ ਰਿਹਾ ਔਰ ਵੇਰਵਾ ਲੈਣਾ ਹੋਵੇ ਤੇ ਵਿਹਾਰ ਦੇ ਬਾਅਦ ਮੇਰੇ ਤੋਂ ਗ੍ਰੰਥ ਦਾ ਵੇਰਵਾ ਲੈ ਸਕਦਾ ਕਿ ਜੋ ਵੀ ਬਾਬਾ ਜੀ ਬੋਲਿਆ ਸੱਚ ਆ, ਇਹ ਝੂਠ ਆ। ਲੇਕਿਨ ਜਿੰਨਾ ਤੁਸੀਂ ਗ੍ਰੰਥ ਪੜ੍ਹਿਆ, ਬਾਣੀ ਪੜ੍ਹਦੇ ਜੇ, ਤੁਹਾਨੂੰ ਸਾਰਾ ਪਤਾ ਕਿ ਸੱਚ ਇਹੋ ਹੀ ਆ, ਇਹਦੇ ਵਿੱਚ ਕੋਈ ਝੂਠ ਨਹੀਂ। ਜਿਹੜੇ ਗ੍ਰੰਥ ਪੜ੍ਹਦੇ ਤੁਹਾਨੂੰ ਸਾਰਾ ਪਤਾ। ਆਪਾਂ ਇੱਥੇ ਆਏ ਆ, ਖੇਲ ਬੜੀ ਵੱਡੀ ਹੋਈ ਆ ਔਰ ਇਸ ਸਥਾਨ ਦੇ ਉੱਪਰ ਬਾਬਲ ਸਾਹਿਬ ਜਦ ਕਮਲ ਦੀ ਸ਼ੋਅ ਦਿੱਤੀ, ਸਤਿਗੁਰੂ ਮਣੀ ਸਿੰਘ ਨੇ ਇੱਥੇ ਰਹੇ ਆਪਣਾ ਜੀਵਨ ਬਤੀਤ ਕੀਤਾ। ਮਹਾਰਾਜ ਪੂਰਨ ਸਿੰਘ ਜੀ ਪਿੰਡ ਕਣਕਾਪੁਰੀ ਦੇ ਵਿੱਚ ਆਪਣੇ ਮਾਲਕ ਦੇ ਕੋਲ ਆਉਂਦੇ ਚਰਨ ਕਮਲਾਂ ਦੇ ਉੱਪਰ ਨਿਉ ਕੇ ਨਮਸਕਾਰ ਕਰਦੇ ਰਹੇ। ਮੈਂ ਵਰਣਨ ਕੀਤਾ ਸੀ ਲਿਖਤ ਦੇ ਵਿੱਚ ਇਹ ਜਦ ਮਹਾਰਾਜ ਜੀ ਆਏ ਮਾਤ ਲਗਾਉਣ ਪਰ ਪਹਿਲਾਂ ਹੀ ਉਹਨਾਂ ਆਉਂਦੇ ਨਮਸਕਾਰ ਕੀਤੀ ਆਪਣੀ ਮਾਲਕ ਨੂੰ, ਮਹਾਰਾਜ ਸ਼ੇਰ ਸਿੰਘ ਜੀ ਭਗਵਾਨ। ਇਹ ਸਾਰਾ ਸਾਫ਼ ਤੇ ਸਪਸ਼ਟ ਲਿਖਤਾਂ ਦੇ ਵਿੱਚ ਆ। ਮੇਰੇ ਭੈਣੋ ਤੇ ਭਰਾਓ, ਆਪਾਂ ਭਗਤੇ ਆ, ਸੋਤੇ ਆ, ਦੁਲਾਰੇ ਆ। ਸੱਚ ਤੇ ਸੋਚ ਨੂੰ ਆਪਾਂ ਜਿਹੜਾ ਲੈ ਕੇ ਚੱਲਣਾ ਹੈ। ਨਿਰਵੈਰ ਜਿਹੜਾ ਇਹ ਵਿਹਾਰ ਆ, ਦੋਵਾਂ ਸਰੂਪਾਂ ਦਾ ਸਤਿਕਾਰ ਕਰਨਾ ਹੈ। ਜਿਹੜੇ ਫਰਕ ਕਰਦੇ ਆ ਔਰ ਇਹ ਪ੍ਰਚਾਰ ਵੀ ਕਰਦੇ ਆ ਕਿ ਦੋਵਾਂ ਸਰੂਪਾਂ 'ਚ ਖੇਲ ਹੋਈ, ਲੇਕਿਨ ਮੌਕੇ ਤੇ ਆ ਕੇ ਫਰਕ ਕਰਦੇ ਆ। ਉਹ ਫਰਕ ਕਰ ਰਹੇ ਉਹਨਾਂ ਕਰਕੇ ਸਾਰਾ ਆਪਣੇ ਵਿੱਚ ਪਾਟ ਗਿਆ ਜਿਹੜਾ ਥੋੜੀ ਬਹੁਤ ਦਰਾਰ ਆ। ਦੋ ਸਰੂਪਾਂ ਨੂੰ ਵੰਡ ਲਿਆ। ਮਹਾਰਾਜ ਕਹਿੰਦੇ ਮੈਂ ਤੇ ਖੇਲ ਖੇਲਿਆ ਇੱਕ ਕਰਨ ਵਾਸਤੇ ਔਰ ਇੱਕ ਨੂੰ ਫੇਰ ਪਾੜ ਕੇ ਕਿੰਨੇ ਬਣ ਗਏ। ਬਾਣੀ ਵੰਡ ਲਈ, ਸਰੂਪ ਵੰਡ ਲਏ, ਦਰਬਾਰ ਵੰਡ ਲਏ, ਧਾਮ ਵੰਡ ਲਏ, ਆਪਾਂ ਸੰਗਤ ਵੰਡ ਲਈ। ਇਹ ਕਲਸੀਆਂ ਵਾਲੀ ਆ, ਇਹ ਦਿੱਲੀ ਵਾਲੀ ਆ ਔਰ ਇਹ ਜੇਤੂਵਾਲ ਵਾਲੇ ਆ। ਕਿਧਰ ਨੂੰ ਜਾਣਾ ਹੀ ਗੁਰਮੁਖਾਂ ਦੇ, ਕਿਧਰ ਨੂੰ ਤੁਰ ਪਏ। ਇੱਕ ਹੋਣਾ ਸੀ। ਸਤਿਗੁਰੂ ਮਣੀ ਸਿੰਘ ਨੇ ਕਿਹਾ ਇੱਕ ਮਾਲਕ ਨੂੰ ਮੰਨਣਾ ਜਿਹਦੇ ਨਾਲ ਮੇਰੇ ਸਹੁਰੇ ਆ, ਮੇਰੇ ਪੇਕੇ ਆ, ਮੇਰਾ ਮਾਲਕ ਆ। ਜਦੋਂ ਮੈਂ ਤੂੰ ਮੇਰਾ ਮੈਂ ਤੇਰਾ ਕਿਹਾ ਹੈ। ਮਹਾਰਾਜ ਪੂਰਨ ਸਿੰਘ ਜੀ ਨੇ ਕਿਹਾ ਕਿ ਮੇਰਾ ਇੱਕ ਭਗਵਾਨ ਆ, ਮਾਲਕ ਆ ਮੇਰਾ, ਜਿਹੜਾ ਇਸ ਬਾਣੀ ਦੇ ਉੱਪਰ
किंतु परंतु करदा कहंदा कि किथे मांग ते तांग दिते जा रहा, वो मैनू नहीं ठुकरा रहा, मेरे भगवान नूं ठुकरा रहा। उन्हां भी एक अपना भगवान एक मालक महाराज शेर सिंह जी नूं मन्निया। ये नहीं कि आपां विहार दे बाद मैं आप जी नूं संबोधन कर देवां कि परमेश्वर त्यागा ते सी परमेश्वर दे ये सत है, लेकिन आप ये कह रही है तू मेरा मैं तेरा। विहार के बाद कहो तू मेरा मैं तेरा, जी आप कह दिए इत्थे गल नहीं मुकदी, इत्थे गल जबानी तू मेरा कहन नाल ते मैं तेरा कहन नाल नहीं मुकनी। आत्मा ते जदों आवाज निकलनी आ, जदों आत्मा ने पुकारना है, आत्मा ने करला के कहना कि मालका मैं तेरी हां ते तू मेरा हां, उत्थे सोहंग शब्द की खेड़ चलदी, उत्थे जाके खेड़ चलदी है। जदों असीं अपनी आत्मा नूं वेख के निज घर दे विच चौथे घर दे विच अपनी आत्मा वेखदी कि ओहदा दीपक आ, ओहदी ज्योति आ, साडे अंदर ज्योत चों निकली हुई ज्योति आ, अकाल पुरख महाराज शेर सिंह विष्णु भगवान दी ज्योति आ, एक ज्योत निकी जी साडे अंदर आ, उसे दा अंग आ, उसे दा रूप आ। ते फिर असीं परमात्मा जो स्वरूप महाराज शेर सिंह विष्णु भगवान नूं कहना तू मेरा मैं तेरा, आत्म करके कहना। सो हम शब्द आत्म ते परमात्मा की गल है। सुनियो भैनों ते भराओ, महाराज पूर्ण सिंह जी ने कहा तू मेरा मैं तेरा। सतगुरु बाबा मणि सिंह जी तुहानू कह के विखा दिता कि तू मेरा मैं तेरा। सरगुण सरगुण कहो तू मेरा मैं तेरा, निर्गुण निर्गुण कहो तू मेरा मैं तेरा। खेडां दोवें सत्य आ, सरगुण सरगुण करके भी सामने आ, सरगुण असीं आ, सरगुण साडा मालक आ, निर्गुण असीं आत्मा करके, निर्गुण साडा मालक आ जोत करके, निर्गुण निर्गुण करके भी मालक आ, ते सरगुण सरगुण करके भी मालक आ। सतगुरु मणि सिंह सरगुण सरगुण संग निभाया, सतगुरु मणि सिंह निर्गुण निर्गुण नूं वेखिया। महाराज शेर सिंह विष्णु भगवान नूं सतगुरु मणि सिंह कहंदे मैं तेनू जब वेख्या ते तपता अंदर मैनूं तेरा रूप जोत दा भी नजर आ गया। पर ये सारी खेल दिव दृष्टि दी, ये तीजे नेत्र दे बचनियां दिव दृष्टि की सारी खेल आ। ये इन्हां जगत नेत्रां दे नाल जोत दा प्रकाश नजर आउण वाला नहीं। एक किरण सचखंड दे विचों जोत दी भेजी, हर जोत स्वरूप महाराज शेर सिंह विष्णु भगवान कोटन कोट किरणां दे मालक आ, कोटन कोट किरणां दे मालक आ, सचखंड दे विच वासा। एक किरण सचखंड दे विचों जोत दी भेजी और उस एक किरण ने गुरु साहिबान का रूप धारण किया, अवतार साहिबान का रूप धारण किया, तीन पैगंबर साहिबान का रूप धारण किया और एक किरण जोत ने सारा खेल खेलिया। सिर्फ एक किरण जोत अकाल पुरख महाराज शेर सिंह विष्णु भगवान कोटन किरणां दे मालक आ और कोई गिनती नहीं किरणां दी। और महाराज जी ने सारी बंद बनाई दसिया कि मैं एक किरण दे विच गुरु पीर अवतार पैगंबर साहिबान ने कई लोक मात दे पर पंज तक देह दे विच अपनी जोत दी किरण रख दी। कोटन कोट किरणां एक किरण कड्ढां बाहर, पंज तत्व दे विच देवां बाहर और गुरु पीर अवतार पैगंबर दा रूप ले के अपना हुक्म जेड़ा और नाम संदेशा मैं देंदा रहा, वखो वखरा नाम अपना भेजदा रहा और हुण ओदा आप ही आउणा हो गया, आप ही आउणा हो गया जिसने एक एक किरण कट के सारे नवाजिया, छोटी छोटी दात दे के थोड़ी थोड़ी कृपा करके और अनंत किरणा के मालक का आप ही महाराज शेर सिंह विष्णु भगवान जी का आउणा हो गया और कोटन कोट कला और कोटन कोट किरण का मालक आप ही आ गया। निर्गुण सरगुण धार आके मात लोते चली और प्रकाशवान की अपने अंदर अपना 84 आ गई। 84 दे विच एक किरण जोत दी है, एक किरण जोत दी महाराज शेर सिंह विष्णु भगवान जी ने अड्ड की अपनी जोत 84 बन गई और एक किरण दे विच खंड ब्रह्मांड गगन गगन अंतर थाप दिते सारी रचना चंद सूरज जेडी विष्णु ब्रह्मा शेर की धारणा कर दी और अद्धी किरण चार दुकां दी बंद कर दी और फिर किरण चों एक जोत भेजी और गुरु पीर अवतार पैगंबर साहिबान दा रूप दे के मात लोक मंत्र भेजी। 108 किरणा दी जद वंड कीती सतगुर शब्द नूं दात दित्ती 108 किरणा दी और सतखंड दे विच अपने नूं वख करके आप अपनी दासी बना के महाराज कहंदे शेर सिंह विष्णु भगवान सच्चे पातशाह मैं सतखंड दे विच वंड कीती। उपर आकाशां दा धाम है सतखंड जिथे रहण वाला स्थान है निराकार परमात्मा जो सो महाराज शेर सिंह जी दा महाराज जी कहंदे उत्थे वंड कीती अपने अनंत किरणा दे विचों 108 कट के वंड कीती सतगुर शब्द नूं दात दित्ते और 108 किरणा अपनी सेवा दे विच दासी बना के लाना। सतगुर शब्द ने अगे एक कार कीता सारा
जिस तरह अकाल पुरख ने हुक्म के संदेश दिता कि इतना पंथ बनानी है, जिस तरह पाठ पढ़ाया उस तरह की रचना रच दी और 2.5 किलों के सारी ये पंथ बना दी है। और जिस मालिक को असीं मानते हैं, जिसने साडे ते कृपा की, सानू अंगीकार किया है, जिस तरह नानक अंगीकार किया, नानक पातशाह ने अंगीकार किया अंगद, इस तरह आपां नूं मान दिता जिस संगत ने सच्चे पातशाह कहते मैं तेनों इदा अंगीकार किया, इन्ना मान तेनों दिता कि मैं अंगीकार करके तेरे ते दया करके और तेनों अपना रूप दे दिता, संगत दे विच वासा करके मैं अपना रूप दे दिता, इन्ना मान। और वो एक मालक की गल आ मेरे भैनों ते भराओ, ग्रंथ पिछों पढ़ लो, ग्रंथ अगों पढ़ लो, एक तो शुरू कर लो, ग्रंथ 24 नूं कर लो, जब तुसीं पढ़ना तो वो पर ज्योति जो स्वरूप ने अनंत नारायण महाराज शेर सिंह विष्णु भगवान मोर आती है सच्चे पातशाह जी। थोड़ी जी लिख पढ़ते हैं तो उसके बाद आप विहार की समाप्ति करनी। महाराज शेर सिंह विष्णु भगवान जामा मात लोक विच धरिया, मात लोक प्रभ जामा पाए, ओंकार जोत जगाए, विच संसार होए रुशनाए, अंधियार सब मिट जाए, दर दरबार करोड़ 33 रखाए, नर अवतार चौथे जुग जामा विच मात दे पाए, हर पतेदार नेक लोक कल जामा पाए, श्रेष्ठ द्वार अंतम प्राप्त कराए, हाहाकार विच कुंड 4 मच जाए, आप निरंकार सत अडोल, श्रेष्ठ सिपाही आप डुलाए, महाराज शेर सिंह विष्णु भगवान अंत में अंत जोत मात प्रगटाए, मात लोक प्रभ जोत जगा के, जन भगत प्रभ सांगे पाके, साची बनत प्रभ जाए बना के, महाराज शेर सिंह विष्णु भगवान जामा विच मात दे पाके, लोक मात प्रवत सुहाया, 1950 विक्रमी लेख लिखाया, साचा वक्त वेख, साचा वक्त वेख, मात लोक प्रभ जोत जगाया, जोत स्वरूपी की ना पेख, श्रेष्ठ सुभाई ताई बुलाया, कल जुग जीव रहे वेखा वेख, प्रभ अविनाशी नजर ना आया, बेमुख जीवा उल्टी रेख, प्रभ कूड़ी नींद सुहाया, गुरमुख साचे आत्म वेख, प्रभ दर आए शीस झुकाया, महाराज शेर सिंह विष्णु भगवान, महाराज शेर सिंह विष्णु भगवान जामा विच मात दे पाया, माप लोक होए अंगारा, जगी जोत अगम अपारा, करे जोत आप प्रभ निरंकारा, महाराज शेर सिंह विष्णु भगवान, महाराज शेर सिंह विष्णु भगवान आप अपना किया पसारा, साचा प्रभ पसर पसारे, साचा प्रभ पसर पसारे, आवे जावे वारो वारे, कल जुग जीव होए मूर्ख मुग्ध गवारे, गुरमुख विरले आत्म रस पीव, आत्म जोत करे उजियारे, महाराज शेर सिंह विष्णु भगवान अजरज खेल करे अपारे, अजरज खेल प्रभ अपार, प्रगटी जोत विच संसार, बेमुख दर जाए नरोत, नजर ना आवे नैन मुदार, महाराज शेर सिंह विष्णु भगवान मात लोक आए जामा तारो, ये मात लोक जिथे बैठे जी
ਧਰਤੀ ਆ ਖੇਤ ਸਾਹਿਬ ਦੇ ਇੱਥੋਂ ਦੀ ਸਾਡੀ ਲਿਖਤ ਚੱਲ ਰਹੀ ਕਿ ਮਾਤ ਉੱਤੇ ਜਾਵਾਂ ਧਰ ਕੇ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਲੋਕ ਆਏ ਜਾਮਾ ਤਾਰੋ ਸਾਚਾ ਪ੍ਰਭ ਜਾਮਾ ਤਾਰੇ ਗੁਰ ਗੋਬਿੰਦ ਸੱਚ ਬਚਨ ਲਿਖਾਰੇ ਵੇਲੇ ਅੰਤਮ ਪ੍ਰਗਟੇ ਨੇ ਕਲੰਕ ਨਰੈਣ ਨਰ ਅਵਤਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਜਾਣੇ ਸਾਰੇ ਗੁਰ ਗੋਬਿੰਦ ਸਤ ਬਚਨ ਲਿਖਾਇਆ ਗੁਰ ਗੋਬਿੰਦ ਸਤ ਬਚਨ ਲਿਖਾਇਆ ਨੇ ਕਲੰਕ ਸਰਬ ਸਮਰੱਥ ਅੰਤ ਜਾਮਾ ਪਾਇਆ ਜੋਤ ਸਰੂਪੀ ਜੋਤ ਤਰਾਇਆ ਗੁਰਮੁਖ ਵੇਖੇ ਬੇਮੁਖਾਂ ਪ੍ਰਭ ਦੇ ਸੁਨਾਇਆ ਮਾਨਸ ਜਨਮ ਲਗਾਏ ਲੇਖੇ ਚਰਨ ਆਏ ਜਿਸ ਸੀਸ ਝੁਕਾਇਆ ਜੋ ਜਨ ਰਹੇ ਪਰਮ ਭਲੇਖੇ ਪ੍ਰਭ ਨਰਕ ਨਿਵਾਸ ਰਖਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਵਿੱਚ ਮਾਤ ਦੇ ਪਾਇਆ ਵਕਤ ਸਹਾਇਆ ਆਪ ਪ੍ਰਭ ਕਲਯੁਗ ਜਾਮਾ ਪਾਏ ਵਕਤ ਸਹਾਇਆ ਆਪ ਪ੍ਰਭ ਆਪਣੀ ਜੋਤ ਪ੍ਰਗਟਾਏ ਵਕਤ ਸਹਾਇਆ ਆਪ ਪ੍ਰਭ ਕਲਯੁਗ ਅੰਧੇਰ ਮਿਟਾਏ ਵਕਤ ਸਹਾਇਆ ਆਪ ਪ੍ਰਭ ਮਹਾਰਾਜ ਸ਼ੇਰ ਸਿੰਘ ਨਾਮ ਰਖਾਏ ਵਕਤ ਸਹਾਇਆ ਆਪ ਪ੍ਰਭ ਵਿੱਚ ਮਾਤ ਪ੍ਰਭ ਭਾਗ ਲਗਾਏ ਵਕਤ ਸਹਾਇਆ ਆਪ ਪ੍ਰਭ ਗੁਰਮੁਖ ਸਾਚੇ ਆਤਮ ਜਾਗ ਲਗਾਏ ਵਕਤ ਸਹਾਇਆ ਆਪ ਪ੍ਰਭ ਗੁਰਮੁਖਾਂ ਹੋਮੇ ਅਗਨ ਬੁਝਾਏ ਗੁਰਮੁਖਾਂ ਹੋਮੇ ਅਗਨ ਬੁਝਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਮਾਤ ਲੋਕ ਵਿੱਚ ਪਾਏ ਮਾਤ ਲੋਕ ਪ੍ਰਭ ਸਾਚਾ ਆਇਆ ਪੰਚਮ ਜੇਠ ਮੁਖ ਰਖਾਇਆ ਕਣਕਪੁਰੀ ਪ੍ਰਭ ਭਾਗ ਲਗਾਇਆ ਮਾਤਾ ਤਾਪੋ ਕੁਖ ਸੁਫਲ ਕਰਾਇਆ ਸਿੰਘ ਜਵੰਦ ਨਾਮ ਵੜਿਆਇਆ ਸਿੰਘ ਜਵੰਦ ਨਾਮ ਵੜਿਆਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਆਪਣਾ ਨਾਮ ਕਰਾਇਆ ਕਣਕਪੁਰੀ ਪ੍ਰਭ ਭਾਗ ਲਗਾਏ ਆਪੇ ਆਪਣੀ ਜੋਤ ਪ੍ਰਗਟਾਏ ਦੇਵੀ ਦੇਵ ਪ੍ਰਭ ਸ਼ਰਨ ਲਿਆਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਵਿੱਚ ਮਾਤ ਦੇ ਪਾਏ ਪੁਰੀ ਕਣਕ ਧਾਮ ਨਿਆਰਾ ਜਿੱਥੇ ਜਾਮਾ ਧਾਰਿਆ ਉਸ ਸਥਾਨ ਨੂੰ ਵਡਿਆਈ ਦੇਣ ਲੱਗੇ ਪੁਰੀ ਕਣਕ ਧਾਮ ਨਿਆਰਾ ਸਤ ਜੁਗ ਉਪਜਾਵੇ ਪ੍ਰਭ ਵਿੱਚ ਸੰਸਾਰਾ ਜੋਤ ਜਗਾਵੇ ਪ੍ਰਭ ਗਿਰਤਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰਾਇਣ ਨਰ ਨੇ ਕਲੰਕ ਅਵਤਾਰਾ ਕਣਕਪੁਰੀ ਪ੍ਰਭ ਜੋਤ ਜਗਾਏ ਉਸ ਦਰਵਾਜ਼ੇ ਤੋਂ ਨਹੀਂ ਆਇਆ ਜਦੋਂ ਉਹਨਾਂ ਦਾ ਇਹਨਾਂ ਦਰਵਾਜ਼ਿਆਂ ਤੋਂ ਹੁਕਮ ਨਹੀਂ ਕੇਵਲ ਉਸ ਦਰਵਾਜ਼ੇ ਤੋਂ ਪ੍ਰਵੇਸ਼ ਤਾਂ ਅੰਦਰ ਕਰ ਸਕਦੇ ਹੋਰ ਸੇਵਾਦਾਰ ਕੋਈ ਵੀ ਸਿੱਖ ਦੂਜੇ ਦਰਵਾਜ਼ੇ ਤੋਂ ਨਹੀਂ ਆ ਸਕਦਾ ਜਦ ਵਿਹਾਰ ਚੱਲ ਰਿਹਾ ਸਿਰਫ ਸਨਮੁਖ ਮਹਾਰਾਜ ਦੇ ਉਸ ਦਰਵਾਜ਼ੇ ਤੋਂ ਆਪਾਂ ਆ ਸਕਦੇ ਹਾਂ ਵਿਹਾਰ ਦੇ ਸਮੇਂ ਨਹੀਂ ਦੂਜੇ ਦਰਵਾਜ਼ੇ ਕਿਸੇ ਤੋਂ ਵੀ ਅੰਦਰ ਪ੍ਰਵੇਸ਼ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰਾਇਣ ਨਰ ਨੇ ਕਲੰਕ ਅਵਤਾਰਾ ਕਣਕਪੁਰੀ ਪ੍ਰਭ ਜੋਤ ਜਗਾਏ
वाक पवित्र प्रभ सत कराए, लिखाई लिखत प्रभ आप वरताए। महाराज शेर सिंह विष्णु भगवान जोत मात प्रगटाए, जोत मात प्रगटाए। एकायोट ने कलंक रखा के, एकायोट ने कलंक रखा के। शब्द जोत गुर डंक बजा के, कोटन कोट प्रभ शरण लगा के। महाराज शेर सिंह विष्णु भगवान अपनी कल आप वरता के, जामा मात लोक विच पा के। साचे प्रभ जामा पाया, प्रभ अविनाशी अपना आप पाया। आमन जामन एक खेल रचाया, कर जुग जीव परम बुलाया, कर जुग जीवा परम बुलाया। महाराज शेर सिंह, महाराज शेर सिंह विष्णु भगवान आप अपना विच छुपाया। जो आप बचन कीते उही लिखत आ रही है, जो आप बचन कीते उही लिखत आ रही है। नाम परखाए, अपना आप छुपाउण परखाए, अपना आप प्रगटावा करन परखाए, अपना आप आपे आउण परखाए, जान परखाए। शब्द जिहड़ा डंक वजाया सारी खेल दी उही लिखत चल रही है। हित चित करके सुरत करके सुनिओ जी। अपना आप प्रभ छुपाए, बेमुखा प्रभ दे सुनाए। आत्म वस रसना रस, मदरा मास मुख रखाए। महाराज शेर सिंह विष्णु भगवान कर जुग जीवां दे सुनाया है, कर जुग जीव आंदे अंधियारे। साचा शब्द भुले गवारे, सुनाया सिद्ध नानक निरंकारे। मंगया दान प्रभ भगत भगवान, एका शब्द आधारे, एका शब्द जगत वरतारे। सतनाम गुर परे पढ़ारे, चार गुण दे आप वरतारे। कल जुग जीव होए गवारे, साचा प्रभ मनो विसारे। रसना करन सर्व विकारे। सतगुरु नानक सिंह ने जी दात दी और तुम देवो। महाराज शेर सिंह विष्णु भगवान करे अंत खुआरे। गुरमुखा प्रभ दया कमाए, साची तुम शब्द उपजाए। शब्द सुरत मेल मिलाए, गुरमुख साचे गूंज बजाए। महाराज शेर सिंह विष्णु भगवान बाहों पकड़ लए तराए। बाहों पकड़ प्रभ आप उठाए, गुरमुख वेले प्रभ जगाए। एका तुम शब्द सुनाए, आत्म सुन खोल बकाए। ने कलंक तेरे कमन गुण गाए। महाराज शेर सिंह विष्णु भगवान कनकपुरी कल जामा पाए। साचे प्रभ जामा पाया, गुरमुखा प्रभ आप पाया। गुरमुखा प्रभ आप पाया, आप अपने जिहा बनाया। अर्थ नहीं एक सिर्फ इत्थे रुकना, विचार साझा किया, बचन किया ही आपां साझा के इन्ना मान दिता कि अपने वर्गा ही सानू महाराज जी ने तैनूं अंग ला के अपने वर्गा कर लिया। ये बाणी भी सब कुछ साफ सुथरा दस दी। इस तो बाद वड्याई होर की आपां लैनी कि इन्नी रहमत कीमती मालक ने साडे पिता ने आके सच्चे पातशाह ने महाराज शेर सिंह जी ने बेमुखा ते बहुत सख्ती आ। लिखत विच भी आ रहा कि बेमुख ते खली जाने और बेमुखा दे हत्थ कुछ नहीं होना। जिहड़े कहंदे कि नहीं तैनूं जाणदे नहीं, वेख्या नहीं, मनदे नहीं, मन करे हो गए सारे बेमुख श्रेणी महाराज दस। महाराज शेर सिंह विष्णु भगवान अपने रंग आप रंगाया, अपने रंग आप रंगाए। आत्म साची जोत जगाए, गुणवंत गुण आप गवाए। महाराज शेर सिंह विष्णु भगवान आप अपनी दया कमाए। अपनी दया आप प्रभतारी, तरे जोत कर वड संसारी। गुरमुख विरले कल आयन तेरे चरण द्वारी। महाराज शेर सिंह विष्णु भगवान सर्व जियां दी पैज सवारी।
ਸਰਬ ਜੀਆਂ ਦੀ ਪੈਜ ਸੁਹਾਰੋ, ਗੁਰਮੁਖਾਂ ਦੇ ਚਰਨ ਪਿਆਰੋ, ਗੁਰਮੁਖਾਂ ਦੇ ਚਰਨ ਪਿਆਰੋ, ਆਤਮ ਜੋਤ ਕਰੇ ਉਜਿਆਰੋ, ਸੋਹੰਗ ਸ਼ਬਦ ਉਪਜਾਵੇ ਸਾਚੀ ਤੁਨਕਾਰੋ। ਇੱਥੇ ਥੋੜਾ ਜਿਹਾ ਰੁਕ ਕੇ ਬਚਨ ਸਾਂਝਾ ਕਰੀਏ। ਆਪਾਂ ਸ਼ਬਦ ਪੜ੍ਹ ਰਹੇ ਹਾਂ, ਪਰ ਸ਼ਬਦ ਦੇ ਵਿੱਚ ਜਦ ਸ਼ਬਦ ਧਾਰ ਤੇ ਬਾਣੀ ਪੜ੍ਹ ਰਹੇ ਹਾਂ, ਆਪਾਂ ਜੇ ਗ੍ਰੰਥ ਤੋਂ ਪੜ੍ਹਾਂਗੇ ਬਾਣੀ ਨੇ ਹੁਣ ਕੀ ਸੰਦੇਸ਼ ਦਿੱਤਾ, ਉਹ ਸਿੱਖ ਵਚਨਾਂ ਚ ਸਾਂਝਾ ਕਰਦੇ ਕਿ ਬਾਣੀ ਉਹਦੇ ਚਰਨ ਹੈ, ਬਾਣੀ ਉਹਦੇ ਚਰਨ। ਜਿਵੇਂ ਕਿ ਇਹਨਾਂ ਨੇ ਬਾਣੀ ਉਹਦੇ ਚਰਨ, ਦੂਜਾ ਉਹਦੇ ਨੇਤਰ ਹੱਥ ਕਿੱਥੇ, ਦੂਜਾ ਸਰੀਰ ਕਿੱਥੇ ਆ, ਦੂਜੀ ਦੇਹ ਕਿੱਥੇ ਆ। ਅਗਿਆਨਤਾ ਭਰੇ ਸ਼ਬਦ ਵਰਤ ਜਾਂਦੇ ਆ। ਬਾਣੀ ਵੀ ਉਹਦੇ ਚਰਨਾਂ ਦੀ ਦਾਸੀ ਆ, ਬਾਣੀ ਵੀ ਉਹਦੇ ਚਰਨਾਂ ਵਿੱਚ ਭਿਖਾਰੀ ਹੋ ਕੇ ਉਦੋਂ ਦਇਆ ਤੇ ਤਰਸ ਮੰਗ ਰਹੀ ਹੈ। ਗ੍ਰੰਥ ਵੀ ਉਹਦੇ ਚਰਨਾਂ ਦੇ ਦਾਸ ਨੇ, ਆਪਾਂ ਉਹਦੇ ਚਰਨਾਂ ਦਾ ਦਾਸ ਬਣਨਾ। ਤੇ ਬਾਣੀ ਚ ਕੀ ਹੈ ਕਿ ਗੁਰਮੁਖਾਂ ਦੇ ਵਿੱਚ ਚਰਨ ਪਿਆਰ, ਆਪਾਂ ਉਹ ਮਹਾਰਾਜ ਸ਼ੇਰ ਸਿੰਘ ਜੀ ਭਗਵਾਨ ਦੇ ਚਰਨ ਕਮਲ ਨਾਲ ਪ੍ਰੀਤੀ ਕਰਨੀ। ਬਾਣੀ ਦਾ ਸੰਦੇਸ਼ ਇਹ ਹੈ। ਬਾਣੀ ਨੇ ਇਸ਼ਾਰਾ ਤੇ ਅਨੁਮੋਦਨ ਕਰ ਦਿੱਤਾ, ਉਹ ਤੁਹਾਡਾ ਮਾਰਗ ਹੈ, ਉਹ ਨਿਰਗੁਣ ਵੀ ਆ, ਸਰਗੁਣ ਵੀ ਆ, ਜੋਤ ਵੀ ਆ, ਦੇਹ ਕਰਕੇ ਵੀ ਆਪ ਵੀ, ਸਾਰਾ ਸੰਦੇਸ਼ ਬਾਣੀ ਦੇ। ਸੋਹੰਗ ਸ਼ਬਦ ਉਪਜਾਵੇ ਸਾਚੀ ਤੁਨਕਾਰ, ਗਉ ਗਰੀਬ ਪ੍ਰਭ ਸੁਣੀ ਪੁਕਾਰੋ, ਸੰਤ ਜਨ ਬਿਲ ਲਾਇਨ, ਸੰਤ ਜਨ ਬਿਲ ਲਾਇਨ ਪ੍ਰਭ ਚਰਨ ਦੁਆਰੋ, ਕਲ ਜੁਗ ਜੀਵ ਰਖਾਇਨ ਮਦਰਾ ਮਾਲ ਸਰਸ ਨਿਰਭਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਜੁਗ ਆਏ ਜਾਮਾਕਾਰ, ਪ੍ਰਭ ਦਰ ਆਵੇ ਜੀਵ ਜੰਤ, ਪ੍ਰਭ ਦਰ ਆਵੇ ਜੀਵ ਜੰਤ ਪੁਕਾਰੇ, ਅੰਤ ਮੈਂ ਅੰਤ ਕਾਲ ਕਬ ਹੋਏ ਦੁਖਿਆਰੇ, ਗਊ ਮਾਤ ਦਰ ਦਵਾਰ ਕਰੇ ਪੁਕਾਰੇ, ਚੱਲੀ ਨਾ ਜਾਏ ਸ਼੍ਰੀ ਕਟਾਰੇ, ਬਣੀ ਗਵਾਲਾ ਦੁਆਪਰ ਕ੍ਰਿਸ਼ਨ ਮੁਰਾਰੇ, ਕਲ ਜੁਗ ਜੀਵ ਹੋਏ ਦੁਸ਼ਟ ਦੁਰਾਚਾਰੇ, ਈਸਾ ਮੂਸਾ ਉਮਤੀ ਪ੍ਰਭ ਕਰੇ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਕਲ ਜਾਮਾ ਤਾਰੇ, ਦੁਖੀਆਂ ਜੀਆਂ ਪ੍ਰਭ ਪਾਏ ਸਾਰੇ, ਹੰਕਾਰੀਆਂ ਪ੍ਰਭ ਹੰਕਾਰ ਨਵਾਰੇ, ਸੋਹੰਗ ਸ਼ਬਦ ਚਲਾਏ ਖੰਡਾ ਦੋ ਤਾਰੇ। ਮਹਾਰਾਜ ਸ਼ੇਰ ਸਿੰਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਗੁਰਮੁਖ ਸਾਚੇ ਕਲ ਜੁਗ ਤਾਰੇ, ਸਾਚਾ ਮਾਰਗ ਨਾਨਕ ਗੁਰ ਲਾਇਆ, ਮੰਤਰ ਨਾਮ ਸਤ ਮੁਖ ਰਖਾਇਆ, ਰੱਖੀ ਆਪ ਪਦ ਪ੍ਰਭ ਦਰ ਮੰਗਿਆ, ਪ੍ਰਭ ਹੋਏ ਸਹਾਇਆ, ਕਲ ਜੁਗ ਜੀਆਂ ਅੰਤ ਕਾਲ ਕਲ ਆਪਣਾ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਵਿੱਚ ਮਾਤ ਦੇ ਪਾਇਆ, ਗੁਰਦਰ ਰਹੇ ਜਨਾਏ, ਏਕਾ ਰਾਜਤ ਚਲਾਏ, ਸਤ 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 ਆਤਮ ਧੀਰ ਰਖਾਏ, ਜਤ 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 ਸਾਚਾ ਜਤ ਨਾਉ ਰਖਾਏ, ਪਤ 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 ਪ੍ਰਭ ਆਪ ਰਖਾਏ, ਗਤ ਮਿਤ ਮਿਤ ਗਤ ਸਰਬ ਜਨਾਂ ਦੀ ਆਪ ਜਣਾਏ, ਸਰਬ ਜਨਾਂ ਦੀ ਆਪ ਜਣਾਏ, ਕਲ ਜੁਗ ਜੀਵ ਭੁੱਲੇ ਤਤ ਸਾਚਾ ਗੁਰ ਜੋ ਗਏ ਬਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਕਲ ਜੋਤ ਸਰੂਪੀ ਜਾਮਾ ਪਾਏ, ਜੋਤ ਸਰੂਪੀ ਜਾਮਾ ਪਾਏ, ਸਾਚਾ ਮਾਰਗ ਜਗਤ, ਸਾਚਾ ਮਾਰਗ ਜਗਤ ਚਲਾਇਆ, ਕਲ ਜੁਗ ਜੀਵਾ ਆਪ ਬੁਲਾਇਆ, ਆਪਣਾ ਪੀਆ ਆਪ ਵੱਡ ਖਾਇਆ, ਅੰਤ ਕਾਲ ਨਾ ਕੋਈ ਚੱਲੇ ਹੀਆਂ, ਪ੍ਰਭ ਅਬਨਾਸ਼ੀ ਦੇ ਸਜਾਇਆ, ਆਤਮ ਜੋਤ ਬੁਝਾਈ ਦੀਆ, ਅੰਧ ਅੰਧੇਰ ਦੇ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦੇ ਸਜਾਇਆ, ਕਲ ਜੁਗ ਜੀਵ ਦੁਸ਼ਟ ਦੁਰਾਚਾਰ, ਭੁੱਲੇ ਰਾਮ ਏਕ ਕਰਤਾਰ, ਸਾਚਾ ਛੱਡਿਆ ਜਗਤ ਵਿਹਾਰ, ਨਿਮਾਣਿਆ ਨਿਤਾਣਿਆ ਕਰਮ ਦੁਖਿਆਰ, ਸਰਬ ਸੁਮਾਣਿਆ ਵੇਲੇ ਅੰਤ ਪਾਵੇ ਸਾਰ, ਰਾਜੇ ਰਾਣਿਆ ਪ੍ਰਭ ਸਾਚਾ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਜੋਤ ਆਪ ਕਰਤਾਰ, ਤਾਰੇ ਪ੍ਰਭ ਸਾਚੇ ਪ੍ਰਭ ਜੋਤ ਜਗਾਈ,
पंचम जेठ रुत सहाई करज जीव कौड़े रेठ प्रभ धर न पाई महाराज शेर सिंह विष्णु भगवान वेले अंत दे सजाई पंचम जेठ जगत वड़ियाए अज का जिहड़ा दिहाड़ा पंजवीं जेठ वारे करे नूं वड़ियाई दित्ती जगत पंचम जेठ जगत वड़ियाए प्रभ अविनाशी जोत प्रगटाए आप अपना नाम सराए महाराज शेर सिंह विष्णु भगवान कनकपुरी विच जामा पाए महाराज शेर सिंह विष्णु भगवान कनकपुरी विच जामा पाए। अभी लिखत बहुत है ਹੁਣ ਆਪਾਂ ਵਿਆਹ ਦੀ ਸਮਾਪਤੀ ਕਰਨ ਜਾ ਰਹੇ ਹਾਂ। तो ਆਪਾਂ ਲਿਖਤ ਪੜ੍ਹੀ ਆ ਸਾਹਿਬ ਗੁਰੂ ਗੋਬਿੰਦ ਪਾਤਸ਼ਾਹ ਵੀ ਵਚਨ ਰੱਖਿਆ ਕੋਈ ਇੱਕ ਬਾਣੀ ਕੀਤੀ ਕਿ ਸਰਬ ਸਮਰੱਥ ਇੱਕ ਨੇਕ ਕਲੰਕ ਅਵਤਾਰ ਨੇ ਮਾਤ ਲੋਕ ਦੇ ਆਉਣਾ ਤੇ ਮਹਾਰਾਜ ਨੇ ਬਾਣੀ ਚ ਇਸੇ ਚ ਦੱਸ ਦਿੱਤਾ ਕਿ ਮੈਂ ਉਹ ਜਿਹੜਾ ਭਵਿੱਖ ਵਾਕ ਸੀ ਉਹ ਸੱਤ ਕਰਾ ਦਿੱਤਾ ਮਾਤ ਲੋਕ ਦੇ ਉੱਪਰ ਕਣਕਪੁਰੀ ਦੇ ਵਿੱਚ ਮੈਂ ਜਾਮਾ ਗਰੀਬਾਂ ਨੂੰ ਮਾਣ ਦੁਖੀਆਂ ਭੁੱਖੀਆਂ ਨੂੰ ਮਾਣ ਤੇ ਜਿਹੜੇ ਹੰਕਾਰੀ ਆ ਦੁਸ਼ਟ ਦੁਰਾਚਾਰੀ ਬੇਮੁਖ ਜਿਹੜੇ ਉਹ ਜਿੰਨਾ ਮੰਨਿਆ ਨਹੀਂ ਉਹਨਾਂ ਨੂੰ ਮਹਾਰਾਜ ਕਹਿੰਦੇ ਮੈਂ ਫੜ ਕੇ ਸਾਰਿਆਂ ਨੂੰ ਸਜ਼ਾ ਦੇਣੀ। ਜੇ ਅੱਜ ਕੋਈ ਨਿੰਦਿਆ ਕਰਦਾ ਸੰਗਤ ਦੇ ਵਿੱਚ ਜਾਂ ਕੋਈ ਨਹੀਂ ਮੰਨਦਾ ਔਰ ਬਾਹਰ ਪ੍ਰਥਾਏ ਫਿੱਕੇ ਬੋਲ ਬੋਲਦਾ ਔਰ ਗਲਤ ਧਾਰਨਾ ਰੱਖਦਾ ਵਕੀਲੀਆਂ ਕਰਦੇ ਨੇ ਤੇ ਸਜ਼ਾ ਅਵਸ਼ ਇਹਨਾਂ ਨੂੰ ਵੀ ਮਿਲਦੀ। ਜਦੋਂ ਆਪਾਂ ਸਿੱਖ ਨਹੀਂ ਰਹੇ ਤੇ ਉਹ ਫਿਰ ਸਤਿਗੁਰੂ ਪਿਆਰ ਕਰਨ ਵਾਲਾ ਨਹੀਂ ਰਿਹਾ, ਉਹ ਫਿਰ ਡੰਡਾ ਚੁੱਕ ਕੇ ਸਜ਼ਾ ਦੇਣ ਵਾਲਾ ਦੂਜਾ ਰੂਪ ਧਾਰਨ ਕਰ ਲੈਂਦਾ। ਔਰ ਇਸ ਲਿਖਤ ਦੇ ਵਿੱਚ ਆਇਆ ਲੇਖ ਹੰਗਾਰਾ ਦੇ ਦਿਓ ਥੋੜਾ ਜਿਹਾ ਸਮਾਪਤੀ ਕਰਨ ਜਾ ਰਹੇ ਹਾਂ। ਹੁਣ ਲੈਣ ਪਿੱਛੇ ਕੀ ਆਈ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣਾ ਨਾਮ ਰਖਾਏ ਇਹਨਾਂ ਨੂੰ ਕਿਸੇ ਨਾਮ ਨਹੀਂ ਦਿੱਤਾ ਜਾਂ ਸੱਚਖੰਡ ਤੋਂ ਦੇ ਕੇ ਨਹੀਂ ਭੇਜਿਆ ਕਿ ਤੁਸੀਂ ਹੁਕਮ ਤੇ ਜਾਓ ਤੇ ਆਹ ਨਾਮ ਹੋਊਗਾ ਤੇ ਇੰਨਾ ਚਿਰ ਰਹਿਣਾ ਨਹੀਂ। ਮਹਾਰਾਜ ਕਹਿ ਰਹੇ ਆਪੇ ਆ ਆਪੇ ਗਿਆ ਆਪੇ ਸਾਰੀ ਬੰਤ ਬਣਾਈ ਆਪੇ ਕਲਯੁਗ ਵਿੱਚ ਜੋਤ ਜਗਾਈ ਆਪੇ ਗਰੀਬਾਂ ਨਿਮਾਣਿਆ ਹਿੱਤ ਪ੍ਰਗਟ ਹੋ ਗਿਆ ਆਪੇ ਗੁਰਮੁਖਾਂ ਨੂੰ ਮਾਣ ਦਿੱਤਾ ਆਪੇ ਸਾਰਾ ਖੇਲ ਖਿਲਿਆ ਆਪ ਆਪਣਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਖਾਇਆ। ਔਰ ਫਿਰ ਵੀ ਗੁਰਮੁਖ ਸਮਝਦੇ ਨਹੀਂ ਜਦ ਜਕਾਰਾ ਲਾਉਣ ਦੀ ਵਾਰੀ ਆ ਜਾਂਦੀ ਆ ਤੇ ਸਿੱਖ ਪ੍ਰਚਾਰ ਕਰਨ ਲੱਗ ਜਾਂਦੇ ਇਹ ਭੈ ਦਾ ਇੱਕ ਸ਼ਕਤੀ ਆ ਇੱਕ ਮਿੰਟ ਵਾਲੇ ਮਹਾਰਾਜ ਦਾ ਜਕਾਰਾ ਨਹੀਂ। ਬਾਣੀ ਦੇ ਸਾਫ਼ ਤੇ ਸਪਸ਼ਟ ਤੁਹਾਨੂੰ ਸੰਦੇਸ਼ ਦੇ ਦਿੱਤਾ ਜੇ ਅਜੇ ਵੀ ਮੂੜ ਬਣਨਾ ਅਗਿਆਨੀ ਬਣਨਾ ਜਾਂ ਹੰਕਾਰੀ ਬਣਨਾ ਜਾਂ ਬੇਮੁਖ ਦੀ ਸ਼੍ਰੇਣੀ ਚ ਆਉਣਾ ਫਿਰ ਡੰਡਾ ਉਹਦਾ 7 ਰੰਗ ਦਾ ਸ਼ਬਦੀ ਡੰਡਾ ਉਹ ਸਭ ਤੋਂ ਵੱਡਾ ਨੌਖੰਡ ਦੀ 7 ਦੀ ਤੇਲ ਵਾਲਾ ਲਿਹਾਜ਼ ਫਿਰ ਆਪਣੇ ਜਿਹੜੇ ਸਿੱਖ ਕਰਦੇ ਐਸੇ ਕੋਟੇ ਵਜਨ ਪਾਤਸ਼ਾਹ ਪ੍ਰਥਾਏ ਇਹਨਾਂ ਦਾ ਵੀ ਨਹੀਂ ਹੋਣ ਇਹੀ ਨੇ ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਔਰ ਜਿਨ੍ਹਾਂ ਨੂੰ ਆਪਾਂ ਜਪ ਰਹੇ ਹਾਂ ਮਾਤ ਲੋਕ ਦੇ ਉੱਪਰ ਆ ਕੇ ਆਪਣੇ ਨਾਮ ਦੀ ਜੈ ਜੈਕਾਰ ਕਰਾਈ ਔਰ ਰਾਜੇ ਮਹਾਰਾਜੇ ਜਿਹੜੇ ਸੀ ਇਸੇ ਲਿਖਤ ਦੇ ਲੇਖ ਦੇ ਵਿੱਚ ਆਪਾਂ ਪੜ੍ਹਿਆ ਕਿ ਰਾਜੇ ਮਹਾਰਾਜੇ ਦੁਸ਼ਟ ਹੰਕਾਰੀ ਸਾਰਿਆਂ ਨੂੰ ਡੰਗ ਲਗਾਇਆ ਕਿਉਂਕਿ ਸਤਿਗੁਰੂ ਮਣੀ ਸਿੰਘ ਵਾਰ-ਵਾਰ ਰਾਜੇ ਨੂੰ ਸੰਦੇਸ਼ ਭੇਜ ਰਹੇ ਸੀ ਕਿ ਨੇਕ ਰੰਗ ਅਵਤਾਰ ਭਿੰਡ ਦੀ ਧਰਤੀ ਤੇ ਪ੍ਰਗਟਿਆ ਤੁਸੀਂ ਦਰ ਘਰ ਦੇ ਵਿੱਚ ਦਰ ਦੁਆਰ ਦੇ ਵਿੱਚ ਆ ਜਾਓ ਔਰ ਚਰਨਾਂ ਦੇ ਵਿੱਚ ਆ ਕੇ ਢਹਿ ਕੇ ਪੈ ਜਾਓ ਤੇ ਤੁਹਾਡਾ ਮਾਣ ਤਾਂ ਮਾਣ ਤਾਂ ਤੇ ਵਡਿਆਈ ਪੱਕੀ ਉਹਦੇ ਤੁਹਾਨੂੰ ਮਾਣ ਮਿਲ ਜਾਊ। ਅਗਰ ਤੁਸੀਂ ਨਹੀਂ ਆਉਂਦੇ ਨਹੀਂ ਝੁਕਦੇ ਤੁਹਾਡੇ ਰਾਜ ਵੀ ਨਹੀਂ ਰਹਿਣੇ ਔਰ ਤੁਹਾਡੇ ਤਖਤ ਤਾਜ ਸਿੰਘਾਸਨ ਨਹੀਂ ਰਹਿਣੇ। ਅੱਜ ਕਿਸੇ ਰਾਜੇ ਦਾ ਰਾਜ ਹੈ ਕਿਸੇ ਦਾ ਤਖਤ ਹੈ ਕੋਈ ਤਾਜ ਲਾ ਕੇ ਬੈਠਦਾ ਕਿਸੇ ਦਾ ਸਿੰਘਾਸਨ ਹੈ ਨੇਕ ਕਲੰਕ ਅਵਤਾਰ ਨੇ ਸਾਰੇ ਹੀ ਖਤਮ ਕਰ ਦਿੱਤੇ ਕੋਈ ਨਹੀਂ ਛੱਡਿਆ ਤਖਤ ਤਾਜ ਲਾ ਕੇ ਬਹਿਣ ਵਾਲਾ ਸਾਰੇ ਮਾਰੇ ਕਹਿੰਦੇ ਰਾਉ ਰੰਗ ਇੱਕ ਕਰਨਾ ਆ ਜਿਹੜੇ ਗਰੀਬ ਆ ਨਿਮਾਣੇ ਔਰ ਜਿਹੜੇ ਰਾਜੇ ਧਨਾਤ ਆ ਸਭ ਨੂੰ ਇੱਕ ਸ਼੍ਰੇਣੀ ਚ ਪਰੋਜ ਨੇ ਮੈਂ ਅਮੀਰ ਗਰੀਬ ਦਾ ਫਰਕ ਖਤਮ ਕਰ ਦੇਣਾ ਜਾਤਾਂ ਪਾਤਾਂ ਦਾ ਫਰਕ ਖਤਮ ਕਰ ਦੇਣਾ ਜਾਤ ਨਹੀਂ ਰਹਿਣ ਦੇਣੀ ਕੋਈ ਜਾਤ ਦੀ ਵੱਖਰੀ ਵੰਡ ਨਹੀਂ ਰਹਿਣ ਦੇਣੀ ਕਿ ਮੈਂ ਉੱਚੀ ਕੁਲ ਦਾ ਮੈਂ ਨੀਵੀਂ ਕੁਲ ਦਾ ਇਹ ਸਾਰੀ ਜਾਤੀ ਦੀ ਜਿਹੜੀ ਵੰਡ ਆ ਖਤਮ ਕਰ ਦੇਣੀ ਆ। ਜਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਏ ਇਸੇ ਲਿਖਤ ਦੇ ਵਿੱਚ ਲੇਖ ਸੁਣਿਆ ਆਇਆ ਹਰ ਸੰਤ ਜੀਓ ਕਿ ਕੋਟਨ ਕੋਟ ਮੇਰੇ ਮੈਂ ਤੇ ਆਪਣੇ ਚਰਨੀ ਲਾਏ ਆ ਇਸੇ ਦੀ ਆ ਕੋਟਨ ਕੋਟ ਮੇਰੇ ਦੁਆਰੇ ਤੇ ਆ ਕੇ ਖੜੇ ਆ ਦੇਵੀ ਦੇਵਤੇ ਆ ਕੇ ਖਲੋਤੇ ਆ ਮੇਰੇ ਦੁਆਰੇ ਦੇ ਉੱਪਰ ਕੋਟਨ ਕੋਟ ਮੇਰੇ ਚਰਨਾਂ 'ਚ ਆ ਕੇ ਖੜਿਆ ਕੋਟਨ ਕੋਟ ਮੈਂ ਆਪਣੇ ਚਰਨਾਂ ਦੇ ਵਿੱਚ ਲਾਏ ਆ ਤੇ ਜੇ 2-4 ਸੰਗਤ ਜੋ ਨਹੀਂ ਮੰਨਣਗੇ ਕਿ ਅਸੀਂ ਮਹਾਰਾਜ ਸ਼ੇਰ ਸਿੰਘ ਜੀ ਨੂੰ ਨਹੀਂ ਮੰਨਦੇ ਅਸੀਂ ਇਹਨੂੰ ਵੇਖਿਆ ਨਹੀਂ ਅਸੀਂ ਇਹਨੂੰ ਨਹੀਂ ਮੰਨਣਾ ਅਸੀਂ ਇਹਦੀ ਜੈ ਨਹੀਂ ਕਰਦੇ ਤੇ ਸਾਹਿਬ ਨੂੰ ਕੀ ਫਰਕ ਹੈ ਉਹਨੂੰ ਕੀ ਫਰਕ ਆ ਜੇ 4 ਸਿੱਖ ਵਿਰੋਧਤਾ ਕਰਨਗੇ ਉਹਨੂੰ ਕੀ ਫਰਕ ਹੈ ਰੱਬ ਦਾ ਕੁਝ ਘਟਣਾ ਉਹਦਾ ਕੋਈ ਦਰਜਾ ਘਟ ਜਾਣਾ ਉਹਦਾ ਰੁਤਬਾ ਘਟਣਾ ਜਾਂ ਬਦਲ ਜਾਣਾ। ਜੇ ਕੋਈ ਸਿੱਖ ਕਹਿੰਦਾ ਕਿ ਮੈਂ ਨਹੀਂ ਮੰਨਦਾ ਇਹਨਾਂ ਨੂੰ ਨਾ ਮੰਨ ਬਈ ਤੂੰ ਨਾ ਮੰਨ ਇਹ ਤੇ ਖੁਸ਼ੀ ਦਾ ਸੌਦਾ ਹੈ
ਇਹਦੇ ਪ੍ਰੇਮ ਦੀ ਧਾਰ ਆ, ਇਹ ਤੇ ਸੱਚ ਦੀ ਗੱਲ ਆ। ਇਹ ਕੋਈ ਧੱਕੇ ਦੀ ਗੱਲ ਥੋੜੀ ਨਹੀਂ ਮੰਨਣਾ, ਨਾ ਮੰਨੋ। ਜਿੱਥੇ ਮਰਜ਼ੀ ਜਾ ਕੇ ਜਿਹਨੂੰ ਮਰਜ਼ੀ ਆਪਣਾ ਮੁਰਸ਼ਿਦ ਥਾਪ ਸਕਦੇ ਜੇ। ਇੱਟ ਪੱਥਰ ਨੂੰ, ਕਾਗਜ਼ ਨੂੰ, ਕਿਸੇ ਨੂੰ ਸੀਸ ਲਾਉਣਾ ਜਾਂ ਤਕਰੀਰ ਪੂੰਝਣਾ, ਕਿਸੇ ਦੁਨਿਆਵੀ ਸੰਤ ਸਾਧ ਕੋਲ ਜਾਣਾ, ਜਿੱਥੇ ਮਰਜ਼ੀ ਜਾ ਸਕਦੇ। ਖੁੱਲੀ ਛੁੱਟੀ ਹੈ। ਇਹ ਤੇ ਪਿਆਰ ਦਾ ਸੌਦਾ ਆ। ਇਹ ਸਾਰੀ ਖੇਡ ਪ੍ਰੇਮ ਤੇ ਪਿਆਰ ਦੀ ਆ। ਇਹ ਤੇ ਸਾਡੇ ਆਤਮਾ ਦੇ ਹਿਰਦੇ ਦੀ ਔਰ ਸੱਚ ਸੁੱਚ ਦੀ ਗੱਲ ਆ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿ ਰਹੇ ਕਿ ਮੈਂ ਤੇ ਤੁਹਾਡੇ ਹਿਰਦਿਆਂ ਦੇ ਵਿੱਚ ਵਸ ਰਿਹਾ। ਜੋ ਸਰੂਪ ਬ੍ਰਹਮਣ ਗੌਰ ਹੋ ਕੇ, ਜੋ ਸਰੂਪ ਹੋ ਕੇ, ਨਿਰੰਜਨ ਸਰੂਪ ਹੋ ਕੇ ਗੁਰਮੁਖੋ ਤੁਹਾਡੇ ਦਿਲਾਂ 'ਚ ਮੇਰਾ ਵਾਸ ਆਇਆ। ਅਸੀਂ ਉਹਨੂੰ ਮਹਿਸੂਸ ਕਰਨਾ ਹੈ ਕਿ ਸਾਡੇ ਦਿਲ ਦੇ ਵਿੱਚ ਹੈ। ਜੇ ਨਹੀਂ ਤੇ ਉਹਨੂੰ ਆਪਾਂ ਚਰਨਾਂ 'ਚ ਨਮਸਕਾਰ ਕਰਕੇ ਉਹਨੂੰ ਕਹਿ ਸਕਦੇ ਕਿ ਸਾਨੂੰ ਵਿਖਾ ਦੇ, ਸਾਡੇ ਤੇ ਤਰਸ ਕਰ। ਸਾਡੇ ਵਿੱਚ ਉਹਦਾ ਡੇਰਾ ਆ। ਅੱਗੇ ਮੈਂ ਬਚਨ ਸਾਂਝਾ ਕੀਤਾ ਸੀ, ਗੁਰਮੁਖਾਂ ਦੇ ਅੰਦਰ ਵਸੇ, ਗੁਰਮੁਖਾਂ ਦੇ ਵਿੱਚ ਡੇਰਾ ਲਾਇਆ। ਸੋ ਆਪਾਂ ਗੁਰਮੁਖ ਆ। ਜਿਹੜਾ ਗੁਰਮੁਖ ਹੁੰਦਾ ਨਾ, ਬਚਨ ਲੰਮਾ ਹੋ ਜਾਂਦਾ, ਆਪਾਂ ਸਮਾਪਤੀ ਕਰਦੇ ਨੇ। ਗੁਰਮੁਖ ਗੁਰੂ ਦਾ ਜੋ ਬਚਨ ਹੈ, ਜੋ ਗੁਰੂ ਦਾ ਭਾਣਾ, ਉਸ ਦੇ ਵਿੱਚ ਸਖਤ ਕਰਕੇ ਰਹਿੰਦਾ। ਜੋ ਵੀ ਭਾਣਾ ਗੁਰੂ ਵਰਤਾਉਂਦਾ ਹੈ, ਗੁਰਮੁਖ ਉਹਦੇ ਭਾਣੇ ਦੇ ਉੱਪਰ ਕਿੰਤੂ ਨਹੀਂ। ਮੈਂ ਸਮਾਪਤੀ ਦੇ ਉੱਪਰ ਆਪ ਨਾਲ ਬਚਨ ਸਾਂਝਾ ਜਿਹੜਾ ਕਰਨਾ, ਫਿਰ ਆਪਾਂ ਸਮਾਪਤੀ ਕਰੀ ਕਿ ਜਦੋਂ ਆਪਾਂ ਆਤਮ ਪਰਮਾਤਮਾ ਦੀ ਗੱਲ ਕਰਨੀ ਤੇ ਮਹਾਰਾਜ ਸ਼ੇਰ ਸਿੰਘ ਜੀ ਭਗਵਾਨ ਨਾਲ ਨਾਤਾ ਬਚਨ ਹੋਇਆ। ਆਤਮ ਵੀ ਕਹਿ ਰਹੀ ਕੰਠ ਪ੍ਰਵਾਸੀ ਮੈਂ ਤੇਰੀ ਦਾਸੀ ਹਾਂ, ਤੇਰੇ ਬਿਨਾ ਮੇਰਾ ਕੋਈ ਕੰਤੂਰ ਮਾਹੀ ਨਹੀਂ ਹੈਗਾ। ਆਤਮ ਦੇ ਵੀ ਪੁਕਾਰ ਹੈ। ਬਥੇਰੇ ਦਰ ਫਿਰ ਕੇ ਵੇਖ ਲੈ, ਬਥੇਰੇ ਘਰ ਫਿਰ ਕੇ ਵੇਖ ਲੈ, ਮੰਦਰ ਮਸੀਤਾਂ ਚਰਚ ਫਿਰ ਕੇ ਵੇਖ ਲੈ, ਲੇਕਿਨ ਕਾਫੀ ਮੈਂ ਪੰਜ ਤੱਤ, ਕੋਟਨ ਕੋਟ ਪੰਜ ਤੱਤ ਦੇ ਇਹ ਜਾਮੇ ਆਤਮ ਜਿਹੜੀ ਸਾਡੇ ਸਰੀਰ ਦੇ ਵਿੱਚ ਆ ਦਸਮ ਦੁਆਰੀ ਜੇ ਕਹਿ ਰਹੀ ਆ ਕਿ ਕੋਟਨ ਕੋਟ ਜਾਮੇ ਮੈਂ ਤੱਤਾਂ ਦੇ ਦੇਹ ਕਰਕੇ ਹਟਾ ਲਿਆ, ਲੇਕਿਨ ਤੇਰੇ ਤੋਂ ਬਿਨਾਂ ਕਿਸੇ ਵੀ ਮੇਰੇ ਨਾਲ ਸੱਚਾ ਸੰਗ ਨਹੀਂ ਨਿਭਾਇਆ। ਕਿਉਂਕਿ ਉਹ 4 ਦਿਨ ਦਾ ਸੰਗ ਸੀ। ਸਰੀਰ ਕਰਕੇ ਸੰਗ ਸੀ, ਦੇਹ ਕਰਕੇ ਸੰਗ ਸੀ। ਦੇਹ ਗਈ ਤੇ ਸਾਰੇ ਨਾਤੇ ਟੁੱਟ ਗਏ, ਸਾਰੇ ਰਿਸ਼ਤੇ ਟੁੱਟ ਗਏ ਤੇ ਮੇਰਾ ਸਫ਼ਰ ਅੱਗੇ ਫੇਰ ਚੱਲਦਾ ਰਿਹਾ। ਕੋਈ ਐਸਾ ਨਹੀਂ ਮਿਲਿਆ ਕਿ ਜਿਹੜਾ ਸਦਾ ਆਤਮਾ ਦੇ ਨਾਲ ਹੰਡਣ ਵਾਲਾ ਹੋਵੇ। ਤੇ ਫਿਰ ਆਤਮ ਨੇ ਪੁਕਾਰ ਕੀਤੀ ਕਿ ਐ ਕੰਠ ਪ੍ਰਵਾਸੀ ਮੈਂ ਤੇਰੀ ਦਾਸੀ ਹਾਂ। ਆਪਣੀ ਆਤਮਾ ਨੇ, ਸਾਡੀ ਆਤਮਾ ਨੇ ਜਿਹੜੀ ਦੇਹ ਦੇ ਵਿੱਚ ਆ, ਭਗਤਾਂ ਦੀ ਆਤਮਾ ਨੇ ਪੁਕਾਰ ਕੀਤੀ ਕਿ ਤੇਰੀ ਦਾਸੀ ਹਾਂ ਤੇ ਤੂੰ ਮੇਰਾ ਮਾਲਕ ਹੈ, ਪ੍ਰਭੂ ਵਿਨਾਸ਼ੀ, ਤੇ ਤੇਰੇ ਨਾਲ ਮੇਰਾ ਸਦਾ ਦਾ ਸਾਂਝ ਕਰੀ ਟੁੱਟਣ ਵਾਲਾ ਨਾਤਾ ਨਹੀਂ। ਤੁਹਾਡਾ ਨਾਤਾ ਟੁੱਟਣ ਵਾਲਾ ਨਹੀਂ। ਨਾ ਪਿੱਛੇ ਉਹਨੇ ਛੱਡਿਆ, ਨਾ ਹੁਣ ਉਹਨੇ ਛੱਡਣਾ, ਨਾ ਅਗਾਂਹ ਉਹਨੇ ਛੱਡਣਾ। ਭੱਜ ਜਾਣਗੇ, ਉਹਨੇ ਘੇਰ ਲੈਣੇ। ਘੇਰਨਾ ਵੀ ਉਹਨੂੰ ਆਉਂਦਾ, ਫੜਨਾ ਵੀ ਉਹਨੂੰ ਆਉਂਦਾ, ਦੁਰਸਤ ਕਰਨਾ ਵੀ ਆਉਂਦਾ, ਸਭ ਕੁਝ ਉਹਨੂੰ ਕੰਮ ਕਰਨੇ ਹੁੰਦੇ। ਸੋ ਆਪਾਂ ਸਤਿਗੁਰ ਮਣੀ ਸਿੰਘ ਜੀ ਦਾ ਵੀ ਅਦਬ ਕਰਨਾ, ਸਤਿਕਾਰ ਕਰਨਾ ਹੈ। ਜਦੋਂ ਆਪਾਂ ਇਸ਼ਟ ਦੀ ਗੱਲ ਕਰਦੇ ਹਾਂ ਤੇ ਇੱਕੋ ਪੂਜਾ ਤੇ ਇੱਕ ਇਸ਼ਕ ਮਹਾਰਾਜ ਸ਼ੇਰ ਸਿੰਘ ਜੀ ਭਗਵਾਨ ਜੀ ਦਾ ਆਉਂਦਾ ਬਾਣੀ ਗੱਲ ਚੱਲਦੀ ਹੈ। ਜਦੋਂ ਆਪਾਂ ਸਤਿਗੁਰ ਸ਼ਬਦ ਦੀ ਗੱਲ ਕਰਦੇ ਹਾਂ, ਸਤਿਗੁਰ ਸ਼ਬਦ ਮਹਾਰਾਜ ਪੂਰਨ ਸਿੰਘ ਜੀ ਨੇ, ਉਹਨਾਂ ਦਾ ਵੀ ਆਪਾਂ ਸਤਿਕਾਰ ਕਰਨਾ, ਕਿਉਂਕਿ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਵਾਲੇ ਨੇ। ਸ਼ਬਦ ਵਿਚੋਲਾ ਹੈ ਆਤਮ ਤੇ ਪਰਮਾਤਮਾ ਦੇ ਵਿੱਚ, ਔਰ ਸ਼ਬਦ ਨੇ ਆਤਮਾ ਨੂੰ ਫੜ ਕੇ ਭਗਤਾਂ ਦੀ ਆਤਮਾ ਨੂੰ ਪਰਮਾਤਮਾ ਦੇ ਕੋਲ ਭੇਜ ਦਿੱਤਾ। ਸ਼ਬਦ ਦਾ ਵਿੱਚ ਇੱਕ ਕਾਰਜ ਹੈ, ਨਿਰਗੁਣ ਕਰਕੇ ਜੇ ਲਾਓ, ਨਿਰਗੁਣ ਆਤਮ, ਨਿਰਗੁਣ ਸ਼ਬਦ, ਨਿਰਗੁਣ ਜੋਤ, ਤੇ ਫਿਰ ਵੀ ਸ਼ਬਦ ਵਿੱਚ ਵਿਚੋਲਾ ਸਾਡੀ ਆਤਮ ਦੇ ਵਿੱਚ ਜੋ ਪਰਮਾਤਮਾ ਦੇ ਨਾਲ ਮੇਲਾ ਕਰਾਉਣਾ। ਜੇ ਦੇ ਕਰਕੇ ਲਓ ਤੇ ਫਿਰ ਵੀ ਬਾਣੀ ਵਿੱਚ ਆ ਕਿ ਗੋਬਿੰਦ ਸੇਵਾ ਲਾਇਆ, ਵਿੱਚ ਵਿਚੋਲਾ ਰੱਖਿਆ, ਔਰ ਪ੍ਰਭੂ ਵਿਨਾਸ਼ੀ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਦੇ ਵਿੱਚ ਇਹ ਸਾਰੀ ਸਿੱਖੀ ਸੇਵਕੀ ਨੂੰ ਫੜ ਕੇ ਆ ਦੇਣਾ, ਜੋੜ ਦੇਣਾ। ਲਾਉਣ ਵਾਲੇ ਨੇ ਤੁਹਾਨੂੰ ਉਹਦੇ ਚਰਨਾਂ ਦੇ ਵਿੱਚ ਲਾ ਦਿੱਤਾ, ਜੋੜਨ ਵਾਲੇ ਨੇ ਜੋੜ ਦਿੱਤਾ। ਹੁਣ ਆਪਣੀ ਸਮਝ ਆ ਕਿ ਕਿੰਨਾ ਸਾਨੂੰ ਸਮਝ ਆਈ ਔਰ ਕਿੰਨਾ ਮੰਨ ਰਹੇ ਹਾਂ। ਆਪਾਂ ਭੇਦਭਾਵ ਨਹੀਂ ਕਰਨਾ। ਜਿਹੜੇ ਸਿੱਖ ਕਰਦੇ ਆ ਉਹਨਾਂ ਦਾ ਸਾਥ ਨਹੀਂ ਦੇਣਾ। ਆਪਾਂ ਸਰੂਪਾਂ ਦਾ ਵੀ ਸਤਿਕਾਰ ਕਰਨਾ, ਦੋਵਾਂ ਦਾ। ਸਿੰਘਾਸਨ ਦੀ ਜਿਹੜੀ ਮਰਿਆਦਾ ਉਹ ਵੀ ਆਪਣੀ ਚੱਲਦੀ ਰਹੇਗੀ। ਕੋਈ ਮੂਰਤੀ ਪੂਜਾ ਨਹੀਂ ਗੀ। ਸਤਿਗੁਰੂ ਦੇ ਸਰੂਪ ਨੇ। ਜੇ ਭਗਤ ਹੋ ਗਏ, ਸੁੱਧ ਹੋ ਗਏ, ਦਲਾਰੇ ਹੋ ਗਏ ਤੇ ਆਪਣੇ ਬਾਪ ਦੇ ਪਿਓ ਬਾਰੇ ਤੇ ਪਿਤਾ ਤੇ ਆਪਣਾ ਦਾਦੇ ਦੇ ਸਰੂਪਾਂ ਬਾਰੇ ਜਦ ਚੋਲਾ ਛੱਡਿਆ ਮਾਰੇ ਕੁਲਸੀ ਦੀ ਦੇਹ ਮਾਰੇ ਸ਼ੇਰ ਸਿੰਘ ਚਲੇ ਗਏ, ਇੱਕ ਬਰਾਬਰ ਉਹਨਾਂ ਸਰੂਪ ਕਰ ਦਿੱਤਾ। ਕੋਈ ਫਰਕ ਨਹੀਂ ਛੱਡਿਆ। ਗੁਰੂ ਚੇਲਾ ਇੱਕ ਰੂਪ। ਆਪਾਂ ਸਤਿਕਾਰ ਬਰੋਬਰ ਕਰਨਾ। ਇਹ ਮੂਰਤੀ ਪੂਜਾ ਨਹੀਂ, ਇਹ ਸਤਿਕਾਰ ਹੈ ਸਰੂਪਾਂ ਦਾ ਜਿਹੜਾ ਆਪਾਂ ਕਰਦੇ ਹਾਂ। ਜੋ ਸਾਡੀ ਮਰਿਆਦਾ ਹੈ ਕਿ ਭਗਤ ਸੁੱਤ ਹਾਂ ਤੇ ਇਹ ਆਪਣੀ ਮਰਿਆਦਾ ਹੈ, ਆਪਾਂ ਸਤਿਕਾਰ ਕਰਦੇ ਹਾਂ। ਦੋਨੋਂ ਸਰੂਪ ਪਲੰਗ ਦੇ ਉੱਪਰ ਰੱਖਦੇ ਹਾਂ, ਇਹ ਸਤਿਕਾਰ ਹੈ। ਦੇਗ ਦਾ ਪ੍ਰਸ਼ਾਦ ਕਰਦੇ ਇੱਕ ਪ੍ਰਥਾ ਹੈ, ਮਰਿਆਦਾ ਹੈ ਸਾਡੀ ਧਰਮ ਧਾਰ ਦੀ ਸਤਿਯੁਗ ਦੀ। ਔਰ ਆਪਾਂ ਫਰਕ ਨਹੀਂ ਕਰਨਾ। ਜੋ ਕਰਦਾ ਹੈ ਉਹਦਾ ਸਾਥ ਨਾ ਦਿਓ। ਇਹਨਾਂ ਨੂੰ ਸਜ਼ਾ ਮਿਲੇਗੀ ਬਹੁਤ ਭਿਅੰਕਰ। ਜੋ ਸਰੂਪਾਂ ਦੇ ਵਿੱਚ ਵੀ ਫਰਕ ਕਰ ਰਹੇ ਨੇ, ਸਰੂਪਾਂ ਨੂੰ ਨਿੰਦ ਰਹੇ ਨੇ, ਵੰਡੀਆਂ ਪਾ ਰਹੇ ਨੇ, ਜਿਹੜੇ ਵੰਡੀ ਪਾਉਣ ਦਾ ਕੰਮ ਕਰ ਰਹੇ ਨੇ ਸਰੂਪਾਂ ਦੇ ਵਿੱਚ, ਬਾਣੀ ਦੇ ਵਿੱਚ
ਔਰ ਪੰਥ ਨੂੰ ਜਿਹੜੇ ਢਾਹ ਲਾ ਰਹੇ ਨੇ ਆਪਣੇ ਨਿੱਜੀ ਮੁਨਾਫੇ ਖਾਤਰ ਅਵਸ਼ ਸਜ਼ਾ ਮਿਲੇਗੀ, ਤੁਹਾਡੇ ਸਾਹਮਣੇ ਮਿਲੇਗੀ। ਔਰ ਦੇਖਿਓ ਉਹਦੀ ਸਜ਼ਾ ਜਿਹੜੀ ਆ ਉਹ ਫਿਰ ਜਦੋਂ ਦਿੰਦਾ ਤੇ ਫਿਰ ਸਾਰੀ ਸ੍ਰਿਸ਼ਟੀ ਵੇਖਦੀ ਉਹਦੀ ਸਜ਼ਾ ਜੀ। ਸਰੂਪਾਂ ਦੀ ਨਿੰਦਿਆ ਕਰਨ ਵਾਲੇ ਇਸ ਸ੍ਰਿਸ਼ਟੀ ਤੋਂ ਉੱਠ ਜਾਣਗੇ, ਉਹ ਨਹੀਂ ਰਹਿਣਗੇ। ਸਰੂਪ ਰਹਿਣਗੇ, ਅਦਬ ਰਹੂਗਾ, ਸਤਿਕਾਰ ਰਹੂਗਾ, ਦਰਸ਼ਨ ਹੁੰਦਾ ਰਹੂਗਾ, ਮੱਥੇ ਟੇਕਦੇ ਰਹਿਣਗੇ। ਲੇਕਿਨ ਸਰੂਪਾਂ ਦੀ ਵਿਰੋਧਤਾ ਕਰਨ ਵਾਲੇ ਇਸ ਸੰਸਾਰ ਤੋਂ ਚਲੇ ਜਾਣਗੇ, ਕੋਈ ਹੋਂਦ ਨਹੀਂ ਰਹੂ, ਖਾਕ 'ਚ ਮਿਲ ਜਾਣਗੇ, ਕੋਈ ਵਜੂਦ ਨਹੀਂ ਰਹਿਣਾ। ਲੇਕਿਨ ਸਰੂਪ ਭਗਤ ਦਰਬਾਰ 'ਚ ਵੀ ਸਯੋਗ ਤੋਂ ਰਹਿਣਗੇ। ਇਹਨਾਂ ਦਿਨ ਥੱਲੇ ਵੀ ਸਰੂਪਾਂ ਦਾ ਸਤਿਕਾਰ ਆਪਾਂ ਸਿੰਘਾਸਨ 'ਤੇ ਕਰ ਰਹੇ ਹਾਂ। ਸਰੂਪਾਂ ਦੀ ਜੋ ਨਿੰਦਿਆ ਗੁਰਸਿੱਖ ਕਰਦੇ ਆ, ਉਹ ਭੰਡਦੇ ਆ, ਵੱਖਰੇ ਵੱਖਰੇ ਤਰਕ ਦੇ ਕੇ। ਸਭ ਬੇਮੁਖ ਨੇ, ਨਿੰਦਕ ਨੇ, ਦੇਹਾਂ ਨੂੰ ਮਾੜਾ ਕਹਿੰਦੇ ਨੇ। ਬੇਨ ਦੇ ਤੋਂ ਪ੍ਰਭ ਨਜ਼ਰ ਨਹੀਂ ਆਉਣ ਵਾਲਾ। ਫਿਰ ਐਸ ਦ੍ਰਿਸ਼ਟੀ ਨਾਲ ਧਿਆਨ ਨਹੀਂ ਦਿਸਣਾ। ਫਿਰ ਗੱਲ ਸੱਜਣੋ ਤੀਜੇ ਨੇਤਰ ਦੀ ਹੈ। ਤੀਜੇ ਨੇਤਰ ਨਾਲ ਜੋਤ ਕਰਕੇ ਆਪਾਂ ਵੇਖਣਾ ਆਤਮ ਕਰਕੇ। ਸੋ ਸਰਗੁਣ ਸੰਗਿਆ, ਜੇ ਸਰਗੁਣ ਸੰਗ ਨਿਭਾ ਲਈਏ ਤੇ ਫਿਰ ਨਿਰਗੁਣ ਵੀ ਨਿਰਗੁਣ। ਆਪਾਂ ਸਰੂਪਾਂ ਦਾ ਸਤਿਕਾਰ ਕਰਨਾ। ਜਿੱਥੇ ਕਿਤੇ ਆਪਾਂ ਵਿਹਾਰ ਕਰਦੇ, ਸਤਸੰਗ ਕਰਦੇ ਜੀ, ਐਵੇਂ ਕਿਸੇ ਸਿੱਖ ਕਰਕੇ ਨਾ ਡੋਲ ਜਿਆ ਕਰੋ। ਐਵੇਂ ਸਰੂਪਾਂ 'ਚ ਕਿਸੇ ਸਿੱਖ ਕਰਕੇ ਨਾ ਡੋਲ ਕੇ ਫਰਕ ਕਰ ਲਿਆ ਕਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੋਂ ਜੇ ਬੇਮੁਖ ਹੋ ਗਏ ਤੇ ਬੰਦਾ ਤੈਨੂੰ ਕਿੱਦਾਂ ਬਚਾ ਲੂ, ਸਿੱਖ ਕਿੱਦਾਂ ਬਚਾ ਲੂ, ਸਿੱਖ ਕਿੱਦਾਂ ਸਿਰ ਤੇ ਹੱਥ ਰੱਖ ਕੇ ਤੈਨੂੰ ਪਾਰ ਲਾ ਦੂ। ਕੋਈ ਨਹੀਂ, ਦਰਗਾਹ ਤੱਕ, ਸੱਚਖੰਡ ਤੱਕ ਕੋਈ ਸਹਾਈ ਨਹੀਂਗਾ। ਮਾਤਲੋਕ ਤੋਂ ਲੈ ਕੇ ਅਰਸ਼ ਤੋਂ ਲੈ ਕੇ ਫਰਸ਼, ਫਰਸ਼ ਤੋਂ ਲੈ ਕੇ ਅਰਸ਼ ਤੱਕ ਕੋਈ ਬਾਂਹ ਫੜਨ ਵਾਲਾ ਨਹੀਂਗਾ। ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਦੇ ਹੱਥ ਜੋੜਨੀ ਗੀ। ਬਰੋਬਰ ਸਤਿਕਾਰ ਕਰਿਆ ਕਰੋ ਜਿੱਥੇ ਵੀ ਕਿਤੇ ਮਹਾਰਾਜ ਦਾ ਵਿਹਾਰ ਹੁੰਦਾ ਆ। ਔਰ ਜਿਹੜੇ ਸਿੱਖ ਵਚਨ ਕਰਦੇ ਆ ਕਿ ਅਸੀਂ ਮਹਾਰਾਜ ਪੂਰਨ ਸਿੰਘ ਜੀ ਨੂੰ ਵੇਖਿਆ, ਮਹਾਰਾਜ ਸ਼ੇਰ ਸਿੰਘ ਜੀ ਨੂੰ ਨਹੀਂ ਵੇਖਿਆ। ਮੈਂ ਨਾ ਮਹਾਰਾਜ ਪੂਰਨ ਸਿੰਘ ਜੀ ਨੂੰ ਦੇਖ ਕਰਕੇ ਵੇਖਿਆ, ਨਾ ਮਹਾਰਾਜ ਸ਼ੇਰ ਸਿੰਘ ਜੀ ਨੂੰ ਵੇਖਿਆ, ਤੇ ਮੈਂ ਫਿਰ ਦੋਵੇਂ ਚੁੱਕ ਰਿਹਾ ਸਰੂਪ। ਮੈਂ ਕਿਹਨੂੰ ਵੇਖੂੰਗਾ, ਮੈਂ ਕਿਹਨੂੰ ਇਸ਼ਟ ਰੱਖੂੰਗਾ? ਮੈਂ ਤਾਂ ਕਿਸੇ ਨੂੰ ਵੀ ਨਹੀਂ ਵੇਖਿਆ। ਦੇ ਕਰਕੇ ਮੇਰੀ ਆਦਤ ਛੋਟੀ ਆ ਔਰ 5 ਤੱਕ ਦੇ ਬਾਅਦ ਚੋਂ ਆਈ। ਲੇਕਿਨ ਸਾਡੇ ਮਾਪਿਆਂ ਸਾਨੂੰ ਦੱਸਿਆ ਕਿ ਸਤਿਕਾਰ ਕਰਨਾ ਦੋਵਾਂ ਸੰਤਾਂ ਦਾ। ਸਾਨੂੰ ਬਾਣੀ ਨੇ ਦੱਸਿਆ ਹੈ, ਗੁਰ ਸ਼ਬਦ ਨੇ ਦੱਸਿਆ ਹੈ। ਜਾਮਾ ਚਾਹੇ ਆਪਣਾ ਹੋਰ 100 ਸਾਲ ਬਾਅਦ ਕਿਸੇ ਸਿੱਖ ਦਾ ਹੋਊਗਾ, ਬਾਣੀ ਦੱਸੂਗੀ ਕਿ ਇਹ ਖੇਲ ਹੋਈ ਕਵੇਂਟ ਜੇਠੂਵਾਲ ਬਰਕੀ ਕਲਸੀਆਂ, ਸਾਰੀ ਖੇਲ ਬਾਣੀ ਦੱਸ ਰਹੀ ਆ। ਜੇ ਕਵੇਂਟ ਖੇਲ ਹੋਈ ਬਿਲਕੁਲ ਸੱਤ ਆ, ਕੋਈ ਉਹਦੇ ਵਿੱਚ ਫਰਕ ਨਹੀਂਗਾ। ਔਰ ਜੇ ਕਵੇਂਡ ਵਾਲੇ ਨੇ ਕਵੇਂਡੋਂ ਚਰਨ ਚੁੱਕਿਆ, ਜਿਉਂ ਕਵੇਂਡੋਂ ਚੱਲ ਪੂਰਨ ਜੇਠੂਵਾਲੋਂ ਲਿਆ ਪਰਨਾਈ ਆ, ਜੇ ਉਹ ਕਵੇਂਡੋਂ ਚੱਲਿਆ, ਕਵੇਂਡੋਂ ਚਰਨ ਚੁੱਕ ਕੇ ਜੇਠੂਵਾਲ ਚਲੇ ਗਿਆ, ਮਾਰ ਕੋ ਉੱਥੇ ਚਲੇ ਗਿਆ। ਜੋ ਵੀ ਖੇਡ ਉਹਨੇ ਜਾ ਕੇ ਉੱਥੇ ਸੱਤ ਕੀਤੀ ਆ, ਕੋਈ ਫਰਕ ਨਹੀਂਗਾ ਖੇਡ ਦੇ ਵਿੱਚ। ਜੇ ਬਰਕੀ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਦਾ ਸਰੂਪ ਸੀ, ਇੱਕ ਜਿਹੜਾ ਭੇਜਿਆ ਸੀ ਮਹਾਰਾਜ ਮਤਾਰ ਸਿੰਘ ਨੂੰ। ਜੇ ਬਰਕੀ ਦੇ ਵਿੱਚ ਮਹਾਰਾਜ ਮਤਾਰ ਸਿੰਘ ਨੇ ਤੇ ਸਤਿਗੁਰੂ ਮਣੀ ਸਿੰਘ ਨਾਲ ਮੇਲਾ ਹੋਇਆ ਔਰ ਜਾਗ ਲਾਈ ਸਤਿਗੁਰੂ ਮਣੀ ਸਿੰਘ ਨੂੰ, ਉਹ ਜਾਗ ਲੱਗੀ। ਤੇ ਅੱਜ ਵੇਖੋ ਆਸ਼ਾ ਨੂੰ ਫਲ ਟਹਿਣੀ ਨੂੰ ਲੱਗਾ। ਵੇਖੋ ਕਿੰਨਾ ਅੱਜ ਪ੍ਰਤਾਪ ਹੋ ਗਿਆ ਸਤਿਗੁਰੂ ਮਣੀ ਸਿੰਘ ਦੀਆਂ ਜਿਹੜੀਆਂ ਮੰਗਾਂ ਸੀ, ਪੂਰੀ ਖੇਡ ਸੱਤ ਸੀ। ਔਰ ਜੇ ਕਲਸੀਆਂ ਵਿਹਾਰ ਚੱਲਿਆ, ਫਿਰ ਕੁਗੇ ਚੱਲਿਆ, ਫਿਰ ਜੇਠੂਵਾਲ ਚੱਲਿਆ, ਸਾਰਾ ਹੀ ਵਿਹਾਰ ਸੱਤਿਆ। ਜਦੋਂ ਇਹ ਵਿਹਾਰ ਹੋਇਆ ਸੀ ਕਰੋੜੀ ਸੱਖਰ ਤੇ ਉੱਥੇ ਮਹਾਰਾਜ ਸ਼ੇਰ ਸਿੰਘ ਜੀ ਨੇ ਬਾਣੀ 'ਚ ਲਿਖਾਇਆ ਕਿ ਨਾਨਕ ਉੱਤੇ ਪ੍ਰਭੂ ਥੋੜਾ ਹੋਇਆ ਮਿਹਰਬਾਨ। ਜਦੋਂ ਇਹ ਵਿਹਾਰ ਹੋਇਆ ਸੀ ਕਰੋੜੀ ਸੱਖਰ ਭਾਈ ਲਾਲੋ ਦੇ ਨਾਲ ਜਦੋਂ ਵਿਹਾਰ ਹੋਇਆ, ਔਰ ਉੱਥੇ ਮਹਾਰਾਜ ਨੇ ਕਿਹਾ ਕਿ ਨਾਨਕ ਉੱਤੇ ਪ੍ਰਭੂ ਥੋੜਾ ਹੋਇਆ ਮਿਹਰਬਾਨ। ਮਿਹਰਬਾਨ ਹੋ ਕੇ ਕੀ ਕਿਰਪਾ ਕੀਤੀ ਕਿ ਤਰਖਾਣ ਦੇ ਪਿਆਰ ਵਿੱਚ ਬਣਾ ਤਰਖਾਣ। ਉਹਦੀ ਕੋਈ ਬਿਲਕੁਲ ਨਿਰਗੁਣ ਜੋ ਸਰੂਪ ਮਹਾਰਾਜ ਸ਼ੇਰ ਸਿੰਘ ਨਿਰਾਕਾਰ ਦੀ ਕੋਈ ਜਾਤੀ ਨਹੀਂ ਕੀਤੀ। ਉਹ ਵਰਨ ਤੋਂ, ਹੋਰ ਤੋਂ, ਜਾਤਾਂ ਪਾਤਾਂ ਤੋਂ ਉੱਪਰ ਆ। ਲੇਕਿਨ ਭਗਤਾਂ ਦੀ ਮੰਗ ਕਰਕੇ, ਹਿੱਤ ਕਰਕੇ ਉਹਨੂੰ ਜਾਤਾਂ ਦੇ ਵਿੱਚ ਵੀ ਆਉਣਾ ਪਿਆ, ਵਜਾਈ ਦੇਣੀ ਪਈ, ਸਾਰੇ ਕੰਮ ਕਰਨੇ ਪਏ। ਔਰ ਉਸ ਪਿਆਰ ਨੂੰ ਮੁੱਖ ਰੱਖ ਕੇ ਦਇਆ ਕੀਤੀ ਸੱਚੇ ਪਾਤਸ਼ਾਹ ਨੇ ਕਿ ਤਰਖਾਣ ਦੇ ਪਿਆਰ ਵਿੱਚ ਬਣਾ। ਉਹਨੂੰ ਜਾਮਾ ਵਾਢੀਆਂ ਦੇ ਘਰ ਧਾਰਨਾ ਪਿਆ ਔਰ ਧੁਰ ਦਾ ਵਾਢੀ ਆ ਕਿਉਂਕਿ ਉਹਨੇ ਸਾਰੀ ਧਾਰਨਾ ਘੜੀ ਹੈ। ਬੜਾ ਵਾਢੀ ਦਾ ਵੀ ਬੜਾ ਲੇਖ ਆ। ਤੇ ਜੱਟਾਂ 'ਚ ਗਿਆ, ਗੋਬਿੰਦ ਪਾਤਸ਼ਾਹ ਦੇ ਨਾਲ ਬਚਨ ਸੀ ਕਿ ਧੰਨੇ ਭਗਤ ਜੀ ਦੀ ਮੰਗ ਸੀ ਕਿ ਧੰਨਿਆ ਤੇਰੇ ਕਰਕੇ ਰੂਪ ਜੱਟਾਂ ਦੇ ਵਿੱਚ ਧਾਰਨ ਕਰਨ। ਇਸੇ ਕਰਕੇ ਜੱਟ ਜਾਤੀ ਦੇ ਵਿੱਚ ਆਪਾਂ ਉੱਪਰ ਆ ਇਸ ਤੋਂ, ਲੇਕਿਨ ਸੰਸਾਰੀ ਵੰਡ ਜਿਹੜੀ ਆ ਕੇ ਮਾਤ ਹੁੰਦੀ। ਜੱਟ ਜਾਤੀ ਦੇ ਵਿੱਚ ਜਦ ਮਹਾਰਾਜ ਗੁਰੂ ਸਿੰਘ ਦੀ ਸੰਭਲ ਦੇਹ ਬਣਾਈ ਤੇ ਫਿਰ ਮਹਾਰਾਜ ਜੀ ਆਪਣੀ ਦੇਹ ਛੱਡ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਔਰ ਨਿਰਗੁਣ ਸਰੂਪ ਏਕੰਕਾਰ ਹੋ ਕੇ, ਜੋ ਸਰੂਪ ਹੋ ਕੇ ਔਰ ਜਗਤ ਕੁਲ ਜਾਤ ਤੋਂ ਉੱਪਰ ਉੱਠ ਕੇ ਏਕੰਕਾਰ ਹੋ ਕੇ ਸਭ ਦੇ ਸਾਂਝੇ ਹੋ ਕੇ ਉਹਨਾਂ ਨੇ ਬਿਨ ਦੇਹ ਦੇ ਮਹਾਰਾਜ ਗੁਰੂ ਸਿੰਘ ਦੀ ਦੇਹ ਤੇ ਜਦ ਬਾਜ ਆ ਕੇ ਬੈਠੇ ਤੇ ਜੱਟਾਂ ਦੇ ਵਿੱਚ ਉਹ ਚਲੇ ਗਿਆ ਭਗਤ ਧੰਨੇ ਦੀ ਮੰਗ ਕਰਕੇ।
मैं फिर वचन साझा कर देवां, उन्हें देह छड्ड के चोला बदलिया, चोला बदल के महाराज पूर्ण सिंह की देह दे विच महाराज शेर सिंह चले गए। ये स्पष्ट आ, इत्थे रोड घचोड़ सिख मारते आ, स्पष्ट गल नहीं करते, इंनी कह के चले जाते आ। पहलों उन्हें उत्थे खेल खेलिया, फिर उन्हें दूजे शरीर खेल खेलिया, एक शरीर में सतगुर शब्द बना देंगे आ, एक शरीर में महाराज शेर सिंह विष्णु भगवान बना देंगे आ। कौन हुंदा ये काम करने वाला? बाणी सब दस रही है कि गुरु पीर अवतार पैगंबरां ने शब्दी धार दसिया, 9 वार शब्दी धार, शब्द शरीर ते शब्द सतगुरु जिहड़ा होना, जट होना, स्पष्ट दसिया। बाणी दस रही सानूं जो भी वंड होई, जो भी खेल होया, और ये सारा बाणी ने दसिया। जाके जट्टां दे विच जाके ते डेरा ला के ते उत्थे मान दिता। खेल खेलण वाला एक ही है। 2000 विक्रमी तो भी अगे उन्हें आप 2001 की खेल रखी कमेंट तो चालू हुई, 1948 में खेल खेली कमेंट तो चालू की। जब देश छड्ड के 2000 विक्रमी में जो शुरू होए ते कमेंट तो फिर ज्योति जामा धारण करके देश छड्ड के कदी होया कि 5वीं जेठ मना लिया हो? अज तक नहीं किसी मनाया। गुरु पीर अवतार पैगंबर गए ते पिछे मुड़ के लिया। महाराज कहते ऐसा खेल रचाया, आपे जावां आपे आवां। 2001 विक्रमी में कणकपुरी दे विच 4 जेठ फितवार लिखा के पंचम जेठ में मैं उत्थे खलो गया कमेंट के ललकारे मार देते वे महाराज पूर्ण सिंह जी की, ते विच आके प्रेरित करके ललकारे मारते कि मैं जन्म दिहाड़ा। सो बड़ा वड्डा लेख है, अथाह ये कथा कहानी है। आप सत करके सारा मनना, प्रेम प्यार नूं वधाउणा और नफरत का त्याग करना। आप नहीं कोई वंड करनी, आप कोई किसी के मगर नहीं लगना, लग के और फर्क नहीं करना। बाणी के थले संघासन आ, छोटा संघासन आ, बाणी भी सरगुण आ, स्वरूप भी सरगुण आ, सरगुण सरगुण सत्कार आ। बाणी निर्गुण शब्द तो सरगुण होई है। एक पक्ष नूं लैके आके आपां चलांगे, दूजे नूं आपां छड्डांगे, उहने दोवें पक्ष लिया, सरगुण भी लिया ते निर्गुण भी लिया। निर्गुण भी आ, सरगुण भी आ, सरगुण तो निर्गुण भी आ। सारी खेल खेली निर्गुण सरगुण सरगुण निर्गुण। साडे विच कोई झगड़ा नहीं गा निर्गुण सरगुण का, निर्गुण भी आपे सरगुण भी आपे आ। और बाणी दे विच शब्द भी आप लिखाउण वाला, उत्थे सत्कार आ, स्वरूप दे थले पलंग लगा सत्कार है, वो सरगुण स्वरूप का सत्कार है, सरगुण ग्रंथ का सत्कार है। ये कोई रहे नहीं कि आप बाणी पिछे लड़ते फिरिए या स्वरूप में कहिए स्वरूप चुक दो बाणी ला लो और बाणी चुक दो स्वरूप ला लो। ये मार्ग नहीं उन्हें जाना, उन्हें सब कुछ इकट्ठा किया दरबार के स्वरूप देने लगे। और कोई भी इस रस्ते से पुठे पट्टी देना चाहिए, सीधी पट्टी जो सतगुरु पढ़ाਉਂਦਾ तो सतगुरु मत देता आप वो लैके चले। रहम करने सारे दे अपने ते, प्रेम प्यार बख्शण सच्चे पातशाह तरस कर। सोहंग महाराज शेर सिंह विष्णु भगवान दी जय। सोहंग महाराज शेर सिंह विष्णु भगवान